ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਲੈ ਕੇ ਅੱਜ ਦਾ ਮੁੱਦਾ ਲਾਈਵ ਮੇਰੇ ਨਾਲ ਜੁੜ ਚੁੱਕੇ ਨੇ ਰਜਿੰਦਰ ਮਿੰਦਰੂ ਜੀ ਤੇ ਕਮਰ ਮੰਜ਼ਲ ਜੀ, ਦੋਨਾਂ ਦਾ ਹਾਰਦਿਕ ਸਵਾਗਤ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੰਧੂ ਕਮਰ ਮੰਜ਼ਲ ਜੀ, ਅੱਜ ਤੇ ਤੁਸੀਂ ਬੜੇ ਖੁਸ਼ ਹੋਣੇ ਆ ਕਿ ਤੁਹਾਡੀ ਭਾਰਤੀ ਜਨਤਾ ਪਾਰਟੀ ਨੇ ਇੱਕ ਬੜਾ ਵੱਡਾ ਦਾਅ ਖੇਡ ਲਿਆ। ਮਹਾਰਾਸ਼ਟਰ ਦੇ ਵਿੱਚ ਮਹਾਰਾਜਨੀਤੀ ਹੋ ਗਈ ਹੈ। ਜਿਹੜਾ ਵਿਅਕਤੀ ਇਹ ਸੋਚ ਰਿਹਾ ਸੀ ਕਿ ਮੈਂ ਮੋਦੀ ਦੇ ਖਿਲਾਫ ਇੱਕ ਵੱਡਾ ਮੁਹਾਜ਼ ਖੜਾ ਕਰ ਦੂੰਗਾ, ਮੈਂ ਸਾਰਿਆਂ ਨੂੰ ਇਕੱਠੇ ਕਰ ਲੂੰਗਾ, ਤੇ ਕਹਿੰਦੇ ਸਿਆਸਤ ਦੇ ਵਿੱਚ ਕਹਿੰਦੇ ਸਕੇ ਪਿਓ ਤੇ ਵੀ ਭਰੋਸਾ ਨੇ। ਤੇ ਭਤੀਜਾ ਸੀਗਾ ਇਹ ਤਾਂ ਭਤੀਜਾ ਅਜੀਤ ਪਵਾਰ ਜਿਹੜਾ ਉਹ 35 ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਿਆ, ਜਿਹੜਾ ਕਿ ਉੱਥੇ ਵਿਰੋਧੀ ਧਿਰ ਦਾ ਆਗੂ ਸੀਗਾ। ਕਿਵੇਂ ਦੇਖਦੇ ਹੋ ਇਸ ਰਾਜਨੀਤੀ ਨੂੰ? ਸੰਧੂ ਸਾਹਿਬ, ਜਿਹੜੀ ਰਾਜਨੀਤੀ ਹੈ ਨਾ, ਇਹ ਉਰਦੂ ਦੀ ਤਰ੍ਹਾਂ ਆ। ਇਹ ਲਿਖੀ ਦੀ ਪੁੱਠੀ ਹੈ ਤੇ ਪੜ੍ਹੀ ਦੀ ਸਿੱਧੀ ਹੈ। ਤੇ ਮੈਂ ਇਹ ਦੇਖ ਰਿਹਾ ਵੀ ਅੱਜ ਹਿੰਦੁਸਤਾਨ ਦੀਆਂ ਸਾਰੀਆਂ ਸ਼ਕਤੀਆਂ ਸਿਰਫ ਇੱਕ ਵਿਅਕਤੀ ਨੂੰ ਝੁਕਾਉਣ ਵਾਸਤੇ ਮਤਲਬ ਕਿ ਇਕੱਠੀਆਂ ਹੋਣ ਦੀ ਨਾਕਾਮ ਕੋਸ਼ਿਸ਼ ਕਰ ਰਹੀਆਂ ਨੇ। ਔਰ ਦੇਖੋ ਰਿਜ਼ਲਟ, ਇਹ ਤਾਂ ਪਹਿਲਾ ਐਗਜ਼ਾਮਪਲ ਸਾਹਮਣੇ ਆਈ ਆ। ਦੇਸ਼ ਨੂੰ ਇਸ ਟਾਈਮ ਇੱਕ ਮਜ਼ਬੂਤ ਨੇਤਰਤਵ ਦੀ ਜ਼ਰੂਰਤ ਹੈ, ਇੱਕ ਲੀਡਰਸ਼ਿਪ ਮਜ਼ਬੂਤ ਦੀ ਜ਼ਰੂਰਤ ਹੈ। ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਦੇਸ਼ ਨੇ ਪੁਲਾਂਘਾਂ ਪੁੱਟੀਆਂ ਨੇ, ਤਰੱਕੀ ਵੱਲ ਵਧਿਆ ਆ ਦੇਸ਼, ਉਹ ਸਭ ਨੂੰ ਦੇਖਦੇ ਹੋਏ ਮੈਨੂੰ ਇਹ ਉਮੀਦ ਹੈ ਕਿ ਹਰ ਪਾਰਟੀ ਜੋ ਵੱਡਾ ਜਿਹੜੇ ਨੇਤਾ ਨੇ, ਵੱਡੇ ਵੱਡੇ ਨੇਤਾ ਜਿਹੜੇ ਨੇ, ਉਹ ਮੋਦੀ ਸਾਹਿਬ ਦੇ ਸਮਰਥਨ ਚ ਉਤਰ ਆਣਗੇ, ਜਿਸ ਤਰ੍ਹਾਂ ਕਿ ਅਜੀਤ ਪਵਾਰ ਨੇ ਫੈਸਲਾ ਲਿਆ। ਔਰ ਮੈਨੂੰ ਉਮੀਦ ਆ ਕਿ ਜਿਹੜਾ ਇਹ ਇੱਕ ਖਿਚੜੀ ਪਕਾਈ ਜਾ ਰਹੀ ਸੀ ਮੋਦੀ ਸਾਹਿਬ ਦੇ ਅਗੇਂਸਟ, ਉਹ ਸਾਰੀ ਗੁੜ ਗੋਬਰ ਹੋ ਜਾਏਗੀ ਔਰ ਮੋਦੀ ਸਾਹਿਬ ਫਿਰ ਦੁਬਾਰਾ ਬਹੁਤ ਵੱਡੇ ਬਹੁਮਤ ਦੇ ਨਾਲ ਭਾਰਤ ਨੂੰ ਸ਼ਾਸਨ ਦੇਣਗੇ ਔਰ ਭਾਰਤ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਗੇ। ਜੀ ਮਿੰਦਰੂ ਜੀ, ਕਮਰ ਮੰਜ਼ਲ ਜੀ ਤੇ ਠੀਕ ਹੈ, ਕਸੀਦੇ ਪੜ੍ਹ ਰਹੇ ਨੇ, ਉਮੀਦ ਜ਼ਾਹਰ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਰੌਲਾ ਪੈ ਗਿਆ ਸੀ ਆਪਰੇਸ਼ਨ ਲੋਟਸ ਦਾ। ਤੇ ਆਪਰੇਸ਼ਨ ਲੋਟਸ ਜਿਹੜਾ ਹੈ ਮੰਨਿਆ ਗਿਆ ਬੀਜੇਪੀ ਦਾ, ਤੇ ਕਹਿੰਦੇ ਇਹ ਆਪਰੇਸ਼ਨ ਲੋਟਸ ਜਿਹੜਾ ਹੋ ਸਕਦਾ, ਕਹਿੰਦੇ ਸ਼ਰਦ ਪਵਾਰ ਨੂੰ ਕਹਿੰਦਾ ਸਵਾਲ ਕੀਤਾ ਕਿ ਤੁਹਾਡੇ ਨਾਲ ਤਾਂ ਤੁਸੀਂ ਤਾਂ ਗੁਗਲੀ ਨਾਲ ਆਊਟ ਹੋ ਗਏ, ਗੁਗਲੀ ਹੋ ਗਈ। ਉਹ ਕਹਿੰਦਾ ਗੁਗਲੀ ਨਹੀਂ, ਇਹ ਰਾਬਰੀ ਹੈ, ਇਹ ਠੱਗੀ ਹੈ। ਕੀ ਲੱਗਦਾ ਮੋਦੀ ਨੇ, ਭਾਜਪਾ ਨੇ ਇਹ ਕੰਮ ਕਰਕੇ ਕਿੱਡਾ ਕੁ ਵੱਡਾ ਜਿਹੜਾ ਉਹ ਕੰਮ ਕੀਤਾ, ਤੇ ਜਿਹੜਾ ਇਹਦੇ ਨਾਲ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਦੀ ਕੀ ਪੋਜੀਸ਼ਨ ਬਣਦੀ ਨਜ਼ਰ ਆ ਰਹੀ ਹੈ? ਸੰਧੂ ਸਾਹਿਬ, ਇਸ ਗੱਲ ਨੂੰ, ਇਸ ਪ੍ਰਕਰਨ ਨੂੰ ਦੇਖਦੇ ਹੋਏ ਇਹ ਸਾਹਮਣੇ ਆਉਂਦਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ। ਉਹ ਉੱਭਰ ਕੇ ਤਾਂ ਸਾਹਮਣੇ ਆਈ ਹੀ ਆਈ ਹੈ। 2014 ਤੋਂ ਬਾਅਦ ਉਸ ਦੀ ਜਿਹੜੀ ਤਾਕਤ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਔਰ ਅਜੀਤ ਪਰਿਵਾਰ, ਜਿਹੜਾ ਕਿ ਅਜੀਤ ਪਵਾਰ ਇੱਕ ਅਲੱਗ ਸ਼ਰਦ ਪਵਾਰ ਜੀ ਦਾ ਭਤੀਜਾ ਹੈ, ਮੈਂ ਇਸ ਨੂੰ ਇੱਕ ਅਜੀਤ ਪਰਿਵਾਰ ਦਾ ਨਾਮ ਇਸ ਲਈ ਦੇ ਰਿਹਾ ਕਿਉਂਕਿ ਇਹ ਹਮੇਸ਼ਾ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਦੇ ਵਿੱਚ ਬਣੇ ਰਹਿਣ ਦੀ ਹਮੇਸ਼ਾ ਇਹਨਾਂ ਦੀ ਜਿਹੜੀ ਹੈ ਭਰਪੂਰ ਕੋਸ਼ਿਸ਼ ਰਹਿੰਦੀ ਹੈ। ਸ਼ਰਦ ਪਵਾਰ ਜੀ ਨੇ ਆਪਣਾ ਨੇਤਰਤਵ ਇਸ ਤਰੀਕੇ ਨਾਲ ਰੱਖਿਆ ਕਿ ਜਿੱਥੇ ਵੀ ਸਰਕਾਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲਦੀ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਤਿਕੜਮ ਲੜਾ ਕੇ ਹਮੇਸ਼ਾ ਜਿਹੜਾ ਹੈ ਉਹ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਰਹਿੰਦੇ ਆ। ਔਰ ਦੂਸਰੀ ਚੀਜ਼, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣਾ ਵੱਡੇ ਨੇਤਰਤਵ ਦੇ ਉੱਤੇ ਦਬਾਅ ਜਿਹੜਾ ਹੈ ਹਮੇਸ਼ਾ ਬਣਾ ਕੇ ਰੱਖਦੇ ਆ। ਤੇ ਅਜੀਤ ਪਵਾਰ ਜਿਹੜਾ ਆ, ਉਹਨੇ ਪਹਿਲਾਂ ਵੀ ਤਕਰੀਬਨ ਇਹ ਡਿਪਟੀ ਸੀਐਮ ਦਾ ਉਹਦਾ ਚੌਥੀ ਵਾਰ ਜਿਹੜਾ ਆ ਉਹ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਲਿਆ। ਤੇ ਉਹਨਾਂ ਦੀ ਵੀ ਕੋਸ਼ਿਸ਼ ਇਹੀ ਹੈ ਕਿ ਵੀ ਅਸੀਂ ਜਿਹੜੇ ਸਾਡੇ ਐਨਸੀਪੀ ਦੇ ਐਮਐਲਏ ਜਿੱਤ ਕੇ ਆਏ, ਅਗਰ ਉਹਨਾਂ ਦਾ ਸੱਤਾ ਦੇ ਵਿੱਚ ਵੱਡਾ ਵਜੂਦ ਨਹੀਂ ਹੋਏਗਾ ਤਾਂ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੇ ਕੀਤੇ ਹੋਏ ਵਾਅਦੇ ਆ ਉਹ ਪੂਰੇ ਨਹੀਂ ਕਰ ਸਕਣਗੇ। ਤਾਂ ਹੁਣ ਉਹ ਸੱਤਾ ਦੇ ਵਿੱਚ ਆਉਣ ਦੇ ਲਈ ਉਹਨਾਂ ਨੇ ਜਿਹੜਾ ਇਹ ਕਦਮ ਚੁੱਕਿਆ ਆ, ਇਸ ਦਾ ਉਹ ਫਾਇਦਾ ਲੈਣਗੇ ਔਰ ਆਪਣੇ ਇਲਾਕਿਆਂ ਦੇ ਰੁਕੇ ਹੋਏ ਕੰਮ ਉਹ ਕਰਵਾਉਣਗੇ। ਤੇ ਉਸ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਸੰਦੇਸ਼ ਲੋਕਾਂ ਦੇ ਵਿੱਚ ਗਰਾਊਂਡ ਲੈਵਲ ਤੇ ਜਾਏਗਾ। ਤੇ ਬੀਜੇਪੀ ਨੂੰ ਤਾਂ ਇਸ ਦਾ ਬਹੁਤ ਵੱਡਾ ਫਾਇਦਾ ਹੋਣਾ ਹੀ ਹੈ, ਤੇ ਲੇਕਿਨ ਨਾਲ ਲੋਕਾਂ ਨੂੰ ਵੀ ਇਸ ਦਾ ਫਾਇਦਾ ਜਿਹੜਾ ਹੈ ਉਹ ਜ਼ਰੂਰ ਮਿਲੇਗਾ। ਤੇ ਮੈਂ ਸਮਝਦਾ ਕਿ ਜਿਹੜਾ ਵਿਰੋਧੀ ਖੇਮਾ ਆ, ਕਿਉਂਕਿ ਸ਼ਰਦ ਪਵਾਰ ਉਸ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਤੇ
ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਔਰ ਜਿਹੜਾ ਵਿਰੋਧੀ ਖੇਮਾ ਆ ਉਸ ਨੂੰ ਦੁਬਾਰਾ ਪੈਰ ਲਗਾਉਣ ਦੇ ਵਿੱਚ ਕੁਝ ਸਮਾਂ ਵੀ ਲੱਗੇਗਾ ਤੇ ਇੰਨੇ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਦੇਸ਼ ਦੇ ਬਾਕੀ ਜਗ੍ਹਾ ਦੇ ਉੱਤੇ ਵੀ ਆਪਣਾ ਸੰਦੇਸ਼ ਦੇਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਔਰ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਤੇ ਮੈਂ ਸਮਝਦਾ ਕਿ ਜਿਹੜੇ ਵੀ ਖੇਤਰੀ ਦਲ ਨੇ ਅਗਰ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਚੱਲਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵਧੀਆ ਫਾਇਦਾ ਮਿਲ ਸਕੇਗਾ ਔਰ ਲੋਕਾਂ ਨੂੰ ਉਸ ਦਾ ਸਹੀ ਮੁੱਲ ਜਿਹੜਾ ਵੋਟ ਪਾਉਣ ਦਾ ਉਹ ਮਿਲ ਸਕੇਗਾ। ਜੀ ਕਮਰ ਮੰਜ਼ਲ ਜੀ, ਮਹਾਰਾਸ਼ਟਰ ਵਿੱਚ ਡਿਪਟੀ ਸੀਐਮ ਤੇ ਤੁਸੀਂ ਬਣਾ ਲਿਆ, ਪਰ ਹੁਣ ਏਕਨਾਥ ਸ਼ਿੰਦੇ ਤੇ ਨਾਲ ਦੇ 16 ਐਮਐਲਏ ਜਿਹੜੇ ਸ਼ਿਵ ਸੈਨਾ ਨੂੰ ਤੋੜ ਕੇ ਤੁਹਾਡੇ ਸ਼ਾਮਲ ਹੋਏ ਸੀ, ਕਹਿੰਦੇ ਉਹਨਾਂ ਤੇ ਡਿਸਕੁਆਲੀਫਾਈ ਹੋਣ ਦਾ ਜਿਹੜਾ ਖਤਰਾ ਮੰਡਰਾ ਰਿਹਾ। ਸੰਜੇ ਰਾਉਤ ਇਹ ਗੱਲ ਕਹਿ ਰਿਹਾ, ਤੇ ਜੇ ਇਦਾਂ ਦਾ ਕੁਝ ਭਾਣਾ ਵਾਪਰ ਜਾਂਦਾ ਤੇ ਫਿਰ ਮੁੱਖ ਮੰਤਰੀ ਕੌਣ ਹੋਏਗਾ? ਵੈਸੇ ਉਹ ਤਾਂ ਇੱਕ ਤਰੀਕੇ ਨਾਲ ਗੱਲ ਹੈਗੀ ਆ, ਸ਼ਰਦ ਪਵਾਰ ਹੁਣਾਂ ਨੂੰ ਤਾਂ ਤੁਸੀਂ ਵਿਹਲਾ ਕਰ ਦਿੱਤਾ ਲੱਗਦਾ, ਕਿਉਂਕਿ ਉਹ ਹੁਣ ਨਵੀਂ ਪਨੀਰੀ ਲਾਉਣ ਦੀ ਤਿਆਰੀ ਕਰਦੇ ਜਾਪਦੇ ਆ। ਸ਼ਰਦ ਪਵਾਰ ਹੁਣ ਵੀ ਨਾਲ ਨਾਲ ਕਹੀ ਜਾਂਦੇ ਕਿ ਮੈਂ ਨਵੀਂ ਲੀਡਰਸ਼ਿਪ ਤਿਆਰ ਕਰੂੰਗਾ। ਕੀ ਲੱਗਦਾ ਮੋਦੀ ਦੇ ਖਿਲਾਫ ਸ਼ਰਦ ਪਵਾਰ ਕੋਈ ਨਵੀਂ ਲੀਡਰਸ਼ਿਪ ਜਿਹੜੀ ਹੈ ਤੇਜ਼ੀ ਨਾਲ ਉਭਾਰ ਦੇਣਗੇ? ਆਉਣ ਵਾਲੀ ਲੋਕ ਸਭਾ ਤੋਂ ਪਹਿਲਾਂ ਕਿੰਨੀ ਕੁ ਤਿਆਰੀ ਹੋ ਜਾਏਗੀ ਤੇ ਕਿੰਨਾ ਕੁ ਸਖਤ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ? ਸੰਧੂ ਸਾਹਿਬ, ਮਹਾਰਾਸ਼ਟਰ ਨੂੰ ਭਾਰਤੀ ਜਨਤਾ ਪਾਰਟੀ ਵਾਸਤੇ ਕਮਜ਼ੋਰ ਸਟੇਟ ਦੇ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਸੀਗਾ ਤੇ ਫੇਰ ਬਦਲ ਏਡੀ ਤੇਜ਼ੀ ਨਾਲ ਹੋਇਆ ਵਾ ਤੇ ਅੱਜ ਦੀ ਤਰੀਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਉੱਥੋਂ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਪਾਰਟੀ ਬਣ ਗਈ ਆ ਮਹਾਰਾਸ਼ਟਰ ਦੀ। ਤੇ ਦੇਖੋ, ਮੈਂ ਅੱਗੇ ਬੇਨਤੀ ਕੀਤੀ ਵੀ ਰਾਜਨੀਤੀ ਜਿਹੜੀ ਆ ਉਹ ਪਲ ਪਲ ਦੀ ਆ। ਇੱਕ ਪਲ ਦੇ ਵਿੱਚ ਕੀ ਤੋਂ ਕੀ ਹੋ ਜਾਣਾ ਤੇ ਕੀ ਤੋਂ ਕੀ ਨਹੀਂ ਹੋ ਜਾਣਾ, ਇਹ ਅਸੀਂ ਅੱਜ ਨਹੀਂ ਇਹਦੇ ਤੇ ਡਿਸਕਸ ਕਰ ਸਕਦੇ, ਪਰ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਦੇ ਵਿੱਚ ਇੱਕ ਮਜ਼ਬੂਤ ਧਿਰ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ। ਔਰ ਜਿਹੜੇ ਸ਼੍ਰੀ ਨਰਿੰਦਰ ਮੋਦੀ ਜੀ ਦਾ ਰਾਹ ਰੋਕਣ ਵਾਸਤੇ ਸ਼ਰਿਅੰਤਰ ਰਚੇ ਜਾ ਰਹੇ ਸੀ ਜਾਂ ਜੋ ਵੀ ਉਹਨਾਂ ਨੇ ਆਪਣੇ ਕੀਤੇ ਜਾ ਰਹੀਆਂ ਸੀਗੀਆਂ ਕੋਸ਼ਿਸ਼ਾਂ, ਅੱਜ ਉਹਨਾਂ ਕੋਸ਼ਿਸ਼ਾਂ ਨੂੰ ਕਿਤੇ ਨਾ ਕਿਤੇ ਢਾਹ ਲੱਗੀ ਆ। ਔਰ ਸ਼ਰਦ ਪਵਾਰ ਜਿਹੜੇ ਉਹ ਸੂਤਰਧਾਰ ਸੀਗੇ, ਉਹ ਸਾਰੇ ਜਿੰਨੇ ਵੀ ਬਣੀ ਦੇ ਜਿੰਨੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਕਰਕੇ ਤੇ ਇੱਕ ਟੀਮ ਬਣਾਉਣ ਦੀ ਜਿਹੜੀ ਕੋਸ਼ਿਸ਼ ਸੀ, ਉਹਦਾ ਸੂਤਰਧਾਰ ਜਿਹੜੇ ਸ਼ਰਦ ਪਵਾਰ ਸੀ, ਜਿਹੜੇ ਕਿ ਆਪਣਾ ਹੀ ਘਰ ਨਹੀਂ ਬਚਾ ਸਕੇ, ਉਹ ਦੂਜਿਆਂ ਨੂੰ ਕੀ ਪਾਰ ਲਗਾਉਣਗੇ। ਮੇਰਾ ਇਹ ਮੰਨਣਾ ਵਾ ਕਿ ਇਹ ਵਿਰੋਧੀ ਧਿਰ ਦੀ ਇੱਕ ਬੜੀ ਵੱਡੀ ਮਤਲਬ ਕਿ ਹਾਰ ਹੋਈ ਆ। ਇਹ ਇਲੈਕਸ਼ਨ ਤੋਂ ਪਹਿਲਾਂ ਇਸ ਤੋਂ ਬਾਅਦ ਜਿਹੜੀ ਇਲੈਕਸ਼ਨ 'ਚ ਹਾਰ ਹੋਣੀ ਆ ਉਹ ਅਲੱਗ ਹੈ। ਹਾਰ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਵੀ ਬਹੁਤ ਬੁਰੀ ਹੋਈ ਸੀ ਲੋਕ ਸਭਾ ਦੀ ਜਿਮਨੀ ਚੋਣ ਦੇ ਵਿੱਚ। ਉਸ ਤੋਂ ਬਾਅਦ ਹੁਣ ਪਤਾ ਲੱਗਾ ਕਿ ਜਿਹੜੀ ਵਾਗਡੋਰ ਆ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ, ਉਹਨੂੰ ਤਬਦੀਲੀ ਦੇ ਰਾਹ ਉੱਤੇ ਪਈ ਹੋਈ ਹੈ ਬੀਜੇਪੀ। ਉਹਦੇ ਵਾਸਤੇ ਦਿੱਲੀ 'ਚ ਵਿਚਾਰ ਮੰਥਨ ਚੱਲ ਰਿਹਾ ਕਿ ਸਭ ਤੋਂ ਵਧੀਆ ਤੇਜ਼ੀ ਨਾਲ ਉੱਪਰ ਕੇ ਕਿਹਦਾ ਨਾਂ ਆ ਰਿਹਾ? ਕਮਰ ਮੰਜ਼ਲ ਜੀ। ਸੰਧੂ ਸਾਹਿਬ, ਇਹ ਤੇ ਪਾਰਟੀ ਹਾਈ ਕਮਾਂਡ ਨੂੰ ਪਤਾ ਹੋਏਗਾ ਵੀ ਕਿਹਦੇ ਹੱਕ ਦੇ ਵਿੱਚ ਫੈਸਲਾ ਹੋਣਾ ਆ ਕਿ ਹੋਣਾ ਵੀ ਆ ਕਿ ਇਹੀ ਟੀਮ ਨੇ ਕੰਮ ਕਰਨਾ। ਦੇਖੋ, ਬਦਲਾਵ ਜਿਹੜਾ ਆ ਅਗਰ ਰਿਜ਼ਲਟ ਪ੍ਰੋਪਰ ਨਹੀਂ ਆਉਂਦੇ ਤੇ ਹਾਈ ਕਮਾਂਡ ਦੀ ਡਿਊਟੀ ਵੀ ਬਣਦੀ ਆ ਤੇ ਉਹਨਾਂ ਦਾ ਫਰਜ਼ ਵੀ ਬਣਦਾ ਵਾ। ਅਗਰ ਜ਼ਮੀਨੀ ਲੈਵਲ ਤੇ ਕੁਝ ਮਤਭੇਦ ਜਾਂ ਸਵਾਲ ਜਵਾਬ ਨੇ, ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ। ਅਗਰ ਲੀਡਰਸ਼ਿਪ ਬਦਲਿਆ, ਪਾਰਟੀ ਦੀ ਤਰੱਕੀ ਹੁੰਦੀ ਆ ਤਾਂ ਉਹਨੂੰ ਬਦਲ ਦੇਣਾ ਚਾਹੀਦਾ। ਇਸੇ ਲੀਡਰਸ਼ਿਪ ਨਾਲ ਹੀ ਚੱਲਿਆ ਤਰੱਕੀ ਹੁੰਦੀ ਆ ਤਾਂ ਇਹਨੂੰ ਰੱਖਣਾ ਚਾਹੀਦਾ। ਇਹ ਹਾਈ ਕਮਾਂਡ ਨੇ ਤੈਅ ਕਰਨਾ ਵਾ। ਔਰ ਸਾਡੇ ਮਾਨਨੀय ਸੰਗਠਨ ਮੰਤਰੀ ਸ਼੍ਰੀ BL ਸੰਤੋਸ਼ ਜੀ ਮੇਰੇ ਖਿਆਲ 2 ਦਿਨ ਲੁਧਿਆਣਾ ਲਗਾ ਕਰਕੇ ਗਏ ਨੇ ਔਰ ਉਹ ਪ੍ਰੋਪਰ ਫੀਡਬੈਕ ਵਰਕਰਾਂ ਦਾ ਲੈ ਵੀ ਰਹੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਆਂਦਾ ਉਹ ਤਾਂ ਸਮਾਂ ਹੀ ਦੱਸ ਸਕੇਗਾ ਜੀ। ਉਸ ਤੋਂ ਪਹਿਲਾਂ ਮੇਰੀ ਤੇ ਕੋਈ ਉਹ ਲੈਵਲ ਨਹੀਂ ਕਿ ਮੈਂ ਇਹਦੇ ਤੇ ਕੋਈ ਭਵਿੱਖਬਾਣੀ ਕਰਾਂ, ਬਟ ਜੋ ਵੀ ਹੋਏਗਾ ਉਹ ਪਾਰਟੀ ਹਿੱਤ ਵਾਸਤੇ ਹੋਏਗਾ ਔਰ ਪੰਜਾਬ ਦੇ ਹਿੱਤ। ਇਹ ਤਾਂ ਦੱਸ ਦਿਓ ਨਾ ਕਿਹਦਾ ਚੱਲਦਾ, ਨਾ ਕਿਹਦਾ ਚੱਲ ਰਿਹਾ, ਲਾਈਨ 'ਚ ਕੌਣ ਲੱਗੇ ਨੇ ਅਗਲੇ ਪ੍ਰਧਾਨ ਦੀ ਚੋਣ 'ਚ? ਦੇਖੋ, ਨਾਮ ਤੇ ਏਦਾਂ ਮੈਂ ਕੀ ਕਹਿ ਸਕਦਾ ਵਾਂ। ਇਹ ਭਾਰਤੀ ਜਨਤਾ ਪਾਰਟੀ ਸੰਧੂ ਸਾਹਿਬ ਇੱਕ ਉਹ ਪਾਰਟੀ ਆ ਜਿਹਦੇ ਵਿੱਚ ਐਵਰੀਥਿੰਗ ਇਜ਼ ਪੋਸੀਬਲ। ਮੈਂ ਅੱਜ ਵੀ ਤੁਹਾਨੂੰ ਇੱਕ ਬੇਨਤੀ ਕਰਾਂਗਾ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਜੀ ਦਾ ਨਾਮ ਅਨਾਉਂਸ ਕੀਤਾ ਗਿਆ, ਕੀ ਸ਼ੁਭ ਨਾਮ ਉਹਨਾਂ ਦਾ? ਹਾਂਜੀ, ਮਨੋਹਰ ਲਾਲ ਜੀ। ਹਾਂ, ਸ਼੍ਰੀ ਮਨੋਹਰ ਲਾਲ ਖੱਟੜ ਜੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਦਿਨ ਗੂਗਲ ਦੇ ਉੱਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲਾ ਲਫ਼ਜ਼ ਸੀ ਹੂ ਇਜ਼ ਮਨੋਹਰ ਲਾਲ ਖੱਟੜ। ਮਤਲਬ ਮੈਂ ਭਾਵੇਂ ਮੇਰਾ ਕਹਿਣ ਦਾ ਵਾ ਵੀ ਉਸ ਤੋਂ
ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਮਨੋਹਰ ਲਾਲ ਖੱਟੜ ਨਾਮ ਦੀ ਪਰਸਨੈਲਿਟੀ ਕੋ ਲੀਡਰਸ਼ਿਪ ਹਰਿਆਣੇ ਦੇ ਵਿੱਚ ਹੈਗੀ ਆ। ਤੇ ਉਸ ਤੋਂ ਬਾਅਦ ਅੱਜ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜਾਣਿਆ ਪਛਾਣਿਆ ਨਾਮ ਮਨੋਹਰ ਲਾਲ ਖੱਟੜ ਜੀ ਦਾ। ਮੈਂ ਬੇਨਤੀ ਕਰਨ ਲੱਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਉਹ ਪਾਰਟੀ ਆ ਜਿਹਦੇ ਵਿੱਚ ਕੋਈ ਪਤਾ ਨਹੀਂ ਇੱਕ ਬੂਥ ਲੈਵਲ ਦੇ ਵਰਕਰ ਨੂੰ ਕਦੋਂ ਇਹ ਪੰਜਾਬ ਦੀ ਵਾਗਡੋਰ ਸੰਭਾਲਣ ਵਾਸਤੇ ਡਿਊਟੀ ਲਗਾ ਦੇਣ। ਇਹ ਇੱਥੇ ਹੀ ਸੰਭਵ ਆ। ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਰੀਤ ਮਰਿਆਦਾਵਾਂ ਦੇ ਵਿੱਚ ਬੱਝੀਆਂ ਹੋਈਆਂ ਪਾਰਟੀਆਂ ਨੇ। ਉਹ ਪਿਤਾ ਪੁਰਖੀ ਸਿਸਟਮ ਚੱਲਦੇ ਨੇ ਵੀ ਉਹ ਫਲਾਣੇ ਦਾ ਮੁੰਡਾ ਤੇ ਫਲਾਣੇ ਦਾ ਭਤੀਜਾ। ਭਾਰਤੀ ਜਨਤਾ ਪਾਰਟੀ 'ਚ ਇਹੋ ਜਿਹਾ ਕੋਈ ਸੰਕਲਪ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਜਿਹੜਾ ਯੋਗਤਾਵਾਨ ਹੈ ਉਹਨੂੰ ਅੱਗੇ ਲਿਆਂਦਾ ਜਾਂਦਾ ਜੀ। ਮਹਿੰਦਰੋ ਜੀ, ਖਬਰਾਂ ਜੋ ਖਬਰ ਇਹ ਚੱਲ ਰਹੀ ਹੈ, ਕਮਰ ਮੰਜ਼ਲ ਜੀ ਭਾਵੇਂ ਉਹਦਾ ਖੁਲਾਸਾ ਕਰਨ ਚਾਹੇ ਨਾ ਕਰਨ, ਹੁਣ ਤਾਂ ਅਖਬਾਰਾਂ ਵਿੱਚ ਵੀ ਨਾਂ ਛਪ ਗਏ ਨੇ। ਸਭ ਤੋਂ ਉੱਪਰ ਕਹਿੰਦੇ ਸੁਨੀਲ ਜਾਖੜ ਉਹਨਾਂ ਦਾ ਨਾਂ ਚੱਲ ਰਿਹਾ, ਤੇ ਦੂਜੇ ਨੰਬਰ ਤੇ ਕੈਪਟਨ ਅਮਰਿੰਦਰ ਦਾ ਨਾਂ ਵੀ ਲਿਆ ਜਾ ਰਿਹਾ ਕਿ ਉਹਨਾਂ ਤੇ ਵੀ ਵਿਚਾਰ ਕੀਤੀ ਜਾ ਸਕਦਾ। ਪਰ ਇੱਕੋ ਇੱਕ ਜਗ੍ਹਾ ਤੇ ਉੱਪਰ ਕੇ ਨਾਂ ਆ ਰਿਹਾ, ਸੁਨੀਲ ਜਾਖੜ ਉਹਨਾਂ ਦਾ ਨਾਂ ਆ ਰਿਹਾ। ਅਗਰ ਬੀਜੇਪੀ ਉਹਨਾਂ ਉੱਤੇ ਦਾ ਖੇਡਦੀ ਹੈ, ਕੀ ਲੱਗਦਾ ਕਿੰਨਾ ਕੁ ਸਮਰੱਥ ਨਜ਼ਰ ਆਉਂਦੇ ਨੇ ਸੁਨੀਲ ਜਾਖੜ ਹੋਣੀ? ਕੀ ਉਹ ਬੀਜੇਪੀ ਦਾ ਬੇੜਾ ਪਾਰ ਉਤਾਰ ਕਰ ਦੇਣਗੇ, ਜਾਂ ਕੀ ਬੀਜੇਪੀ ਜਿਹੜੀ ਹੈ ਕਾਂਗਰਸ ਵਿੱਚੋਂ ਆਏ ਹੋਏ ਜਿਹੜੇ ਕੇਡਰ ਦੇ ਪੱਕੇ ਪੁਰਾਣੇ ਕਾਂਗਰਸੀ ਪਰਿਵਾਰ ਦੇ ਜਿਹੜੇ ਲੀਡਰ ਨੇ, ਮੈਂਬਰ ਨੇ ਉਹਨਾਂ ਦੇ, ਕੀ ਉਹਦੇ ਨਾਲ ਉਹਦੇ ਤੇ ਦਾ ਖੇਡ ਸਕਦੀ ਹੈ? ਕਿਵੇਂ ਦੇਖਦੇ? ਦੇਖੋ ਸੰਧੂ ਸਾਹਿਬ, ਮੇਰਾ ਆਪਣਾ ਇਹ ਤਜਰਬਾ ਕਹਿੰਦਾ ਹੈ ਕਿ ਬੀਜੇਪੀ ਦੇ ਵਿੱਚ ਆਪਣੇ ਕੋਲ ਬਹੁਤ ਵੱਡੇ ਵੱਡੇ ਧੁਰੰਦਰ ਖਿਲਾੜੀ ਜਿਹੜੇ ਹੈ ਉਹ ਬੈਠੇ ਹੈ, ਔਰ ਬੀਜੇਪੀ ਦੇ ਵਿੱਚ ਜਿਹੜੇ ਸ਼ੁਰੂਆਤ ਤੋਂ ਸੰਘ ਪਰਿਵਾਰ ਦੇ ਨਾਲ ਜੁੜੇ ਹੋਏ ਔਰ ਬੀਜੇਪੀ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਕਿਸੇ ਵੀ ਅਹੁਦੇ ਦੇ ਉੱਤੇ ਹੋਣ, ਉਹ ਆਪਣੇ ਆਪ ਨੂੰ ਇੱਕ ਕਾਰਜਕਰਤਾ ਦੇ ਰੂਪ ਦੇ ਵਿੱਚ ਮੰਨਦੇ ਨੇ। ਤੇ ਮੈਂ ਸਮਝਦਾ ਕਿ ਬੀਜੇਪੀ ਖੁਦ ਇਸ ਗੱਲ ਨੂੰ ਲੈ ਕੇ ਬੜੀ ਸક્ષਮ ਹੈ ਕਿ ਉਹ ਆਪਣੇ ਵਿੱਚੋਂ ਹੀ ਕਿਸੇ ਪੁਰਾਣੇ ਵਰਕਰ ਨੂੰ ਜਾਂ ਪੁਰਾਣੇ ਲੀਡਰ ਨੂੰ ਜਾਂ ਕਿਸੇ ਵੱਡੇ ਲੀਡਰ ਨੂੰ ਅਗਰ ਬਾਗਡੋਰ ਦਿੰਦੇ ਆ, ਤੇ ਮੈਂ ਸਮਝਦਾ ਕਿ ਉਹ ਬਹੁਤ ਵਧੀਆ ਗੱਲ ਰਹੇਗੀ। ਅਗਰ ਸੁਨੀਲ ਜਾਖੜ ਜੀ ਨੂੰ ਉਹ ਇਹ ਜ਼ਿੰਮੇਵਾਰੀ ਦਿੰਦੇ ਆ ਤੇ ਠੀਕ ਹੈ, ਵਧੀਆ ਤਾਂ ਰਹਿ ਸਕਣਗੇ ਕਿਉਂਕਿ ਤਜਰਬੇਕਾਰ ਨੇ, ਔਰ ਕਾਂਗਰਸ ਦਾ ਵੀ ਉਹਨਾਂ ਨੂੰ ਅੰਦਰੂਨੀ ਜਿਹੜਾ ਤੰਤਰ ਹੈ ਉਹਦੇ ਬਾਰੇ ਵੀ ਬਹੁਤ ਜਾਣਕਾਰੀ ਹੈ। ਲੇਕਿਨ ਬੀਜੇਪੀ ਦੇ ਜਿਹੜੇ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਦੇ ਜਿਹੜੇ ਲੀਡਰਸ ਨੇ ਔਰ ਕਾਰਜਕਰਤਾ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਜ਼ਰੂਰ ਇਹ ਗੱਲ ਦੀ ਚੁਭਨ ਲੱਗੇਗੀ ਕਿ ਬਈ ਕੀ ਸਾਡੇ ਵਿੱਚ ਕੋਈ ਐਡਾ ਸક્ષਮ ਨਹੀਂ ਸੀ ਜਿਹੜਾ ਇਸ ਜ਼ਿੰਮੇਵਾਰੀ ਨੂੰ ਸੰਭਾਲ ਸਕੇ। ਤੇ ਇਸ ਕਰਕੇ ਬੀਜੇਪੀ ਨੂੰ ਇਸ ਗੱਲ ਦੇ ਉੱਤੇ ਹਾਈ ਕਮਾਂਡ ਨੂੰ ਜ਼ਰੂਰ ਇੱਕ ਵਿਚਾਰ ਵਿਮਰਸ਼ ਕਰਕੇ ਫਿਰ ਹੀ ਇਹ ਫੈਸਲਾ ਲੈਣ ਦੀ ਜ਼ਰੂਰਤ ਹੈ, ਕਿਉਂਕਿ ਬੀਜੇਪੀ ਦੇ ਲਈ ਪੰਜਾਬ ਇੱਕ ਬੜਾ ਸੰਦੀਦਾ ਇਸ ਟਾਈਮ ਜਿਹੜਾ ਆ ਇਹ ਮੁੱਦਾ ਆ। ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਬੀਜੇਪੀ ਨੇ ਆਪਣੇ ਪੈਰ ਪਸਾਰਨੇ ਆ। ਜੀ ਅਮਰ ਮੰਜ਼ਲ ਜੀ, ਮਹਿੰਦਰੂ ਜੀ ਤਾਂ ਕਹਿ ਰਹੇ ਨੇ ਕਿ ਜਿਹੜੇ ਆ ਉਹ ਮਹਿਸੂਸ ਕਰ ਸਕਦਾ ਕੇਡਰ ਜਿਹੜਾ ਬੀਜੇਪੀ ਦਾ ਪੁਰਾਣਾ ਵਰਗ ਜੁੜਿਆ ਹੋਇਆ। ਕੀ ਸੁਨੀਲ ਜਾਖੜ ਹੋਣਾ ਦੇ ਆਉਣ ਤੋਂ ਬਾਅਦ ਤੁਸੀਂ ਵੀ ਮਹਿਸੂਸ ਕਰੋਗੇ ਕਿ ਸ਼ਾਇਦ ਸਾਡੀ ਜੀ ਕਮੀ ਸੀ, ਜਾਂ ਲੱਗਦਾ ਕਿ ਕੋਈ ਫਰਕ ਨਹੀਂ ਹੈ ਬੀਜੇਪੀ ਦੇ ਵਿੱਚ, ਇਹ ਵੀ ਸੰਭਵ ਹੈ? संधू साहब, बीजेपी को पूर्ण तौर पर सक्षम लीडरशिप मौजूद है। ऐसा कोई यह विषय नहीं है कि सानू बाहरों बंदे लिया के। फॉर योर काइंड इनफॉर्मेशन, अज की तरीक दे विच जिहड़े सुनील जाखड़ ने वो भी बीजेपी के ही कार्यकर्ता ने, और उन्होंने मुढ़ली मैंबरशिप बीजेपी की लै लई हुई आ। सीनियोरिटी का खैर कंसीडर करदी आ, उन्हों का तजर्बा भी आ, ਆਪਾਂ ਇਸ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ। ਬਟ ਇਹ ਤੁਹਾਨੂੰ ਮੈਂ ਦੱਸਿਆ, ਗੇਂਦ ਜਿਹੜੀ ਆ ਹਾਈ ਕਮਾਂਡ ਦੇ ਪਾਲੇ ਜਾਂ ਕੀ ਫੈਸਲਾ ਨਿਕਲ ਕੇ ਆਂਦਾ ਉਹਦਾ ਸਮਾਂ ਹੀ ਦੱਸ ਸਕਦਾ ਹੈ। ਪਹਿਲਾਂ ਜਿਹੜੀਆਂ ਸਿਰਫ ਅੰਦਾਜ਼ੇ ਨੇ ਉਹ ਜਿੰਨੇ ਮਰਜ਼ੀ ਹੀ ਲਗਾਈ ਜਾਈਏ, ਪਰ ਅਸਲ ਫੈਸਲਾ ਜਿਹੜਾ ਉਹ ਪਾਰਟੀ ਹਾਈ ਕਮਾਂਡ ਨੇ ਲੈਣਾ ਵਾ। ਉਹ ਮੇਰੇ ਖਿਆਲ ਅਗਰ ਕੋਈ ਚੇਂਜ ਹੋਣੀ ਹੋਈ ਤਾਂ 2-4 ਦਿਨਾਂ 'ਚ ਸਾਰਾ ਕੁਝ ਸਾਹਮਣੇ ਆ ਜਾਏਗਾ ਜੀ। ਸਾਹਮਣੇ ਆਵੇਗਾ ਜੀ। ਇਹਦਾ ਮਤਲਬ ਜਿਹੜੀ ਆ ਪੰਜਾਬ ਦੇ ਵਿੱਚ ਸਮੀਕਰਨ ਜਿਹੜੇ ਆ ਉਹ 2-4 ਦਿਨਾਂ 'ਚ ਪਤਾ ਲੱਗ ਜਾਣਗੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ, ਆਉਣ ਵਾਲੀ ਜਿਹੜੇ ਲੋਕ ਸਭਾ ਚੋਣ ਹੈ ਉਹਦੇ ਲਈ ਜਿਹੜੀ ਆ ਬੀਜੇਪੀ ਕਿਸ ਤਰੀਕੇ ਦੀ ਤਿਆਰੀ ਕਰ ਰਹੀ ਹੈ, ਔਰ ਨਗਰ ਨਿਗਮ ਦੀਆਂ ਚੋਣਾਂ 'ਚ ਉਹਦਾ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ। ਇਹਦਾ ਛੇਤੀ ਜਿਹੜਾ ਫੈਸਲਾ ਉਹ ਆ ਜਾਏਗਾ, ਤੇ ਇਸੇ ਨਾਲ ਬੀਜੇਪੀ ਕੇਡਰ ਨੂੰ ਵੀ ਕਲੀਅਰ ਹੋ ਜਾਏ ਗੱਲ, ਤੇ ਪੰਜਾਬ ਵਾਸੀਆਂ ਨੂੰ ਵੀ ਇਹ ਗੱਲ ਸਪਸ਼ਟ ਨੀਤੀ ਦਾ ਪਤਾ ਲੱਗ ਜਾਏਗਾ ਕਿ ਬੀਜੇਪੀ ਜਿਹੜੀ ਹੈ ਪੰਜਾਬ ਦੇ ਬਾਰੇ ਉਹ ਕਿਸ ਤਰ੍ਹਾਂ ਦਾ ਕਿੰਨਾ ਕੁ ਸੋਚਦੀ ਹੈ। ਤੇ ਆਪਾਂ ਚੱਲਦੇ ਜੀ ਅਗਲੇ ਮੁੱਦੇ ਵੱਲ। ਕਹਿੰਦੇ ਇੱਕ ਲਿਆਉਂਦਾ ਸੀ ਮੁਜਰਮ ਯੂਪੀ ਤੋਂ, ਪੰਜਾਬ ਦੇ ਵਿੱਚ ਰੱਖਿਆ। ਕਈ ਵਾਰ ਯੂਪੀ ਵਾਲੇ ਪੁਲਿਸ ਆਈ, ਉਹਨਾਂ ਨੇ ਮੰਗਿਆ, ਪਰ ਆਪਣੀ ਜੇਲ੍ਹ ਦੇ ਵਿੱਚੋਂ ਉਹਨੂੰ ਰਿਹਾ ਨਹੀਂ ਹੋਣ ਦਿੱਤਾ। 55 ਲੱਖ ਰੁਪਈਆ ਦੇ ਵਕੀਲ ਕਰ ਲਏ, ਵਕੀਲਾਂ ਨੂੰ ਬਾਰ-ਬਾਰ ਫੀਸ ਦਿੱਤੀ, ਇੱਕ ਪੇਸ਼ੀ ਦੀ ਲੱਖਾਂ ਰੁਪਏ ਫੀਸ ਦਿੰਦੇ ਗਏ। ਤੇ ਕੈਪਟਨ ਅਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀਗੇ,
ਤੇ ਨਾਲ ਗ੍ਰਹਿ ਮੰਤਰਾਲਾ ਉਹਨਾਂ ਕੋਲ ਸੀ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਦੂਜੇ ਲੀਡਰ ਨੇ ਰੰਧਾਵਾ ਸਾਹਿਬ, ਤੇ ਉਹ ਸੰਬੰਧਿਤ ਵਿਭਾਗ ਦੇ ਸੀਗੇ ਮੰਤਰੀ। ਤਾਂ ਹੁਣ ਗੱਲ ਚੱਲ ਪਈ ਆ ਕਿ ਕੱਲ ਭਗਵੰਤ ਮਾਨ ਜੀ ਹੁਣੀ ਇੱਕ ਟਵੀਟ ਕਰ ਦਿੱਤਾ ਅੰਸਾਰੀ ਉੱਤੇ, ਉਹਨਾਂ ਨੇ ਗਰਾਰੀ ਫਸਾ ਕੇ ਰੱਖ ਦਿੱਤੀ। ਕਹਿੰਦੇ ਜੀ ਜਿਹੜੇ 55 ਲੱਖ ਰੁਪਈਆ ਉਹ ਖਰਚਾ ਹੋਇਆ ਨਾ, ਉਹ ਗੈਂਗਸਟਰ ਦੀ ਪੈਰਵੇ ਵਾਸਤੇ ਜਿਹੜਾ ਕੀਤਾ ਕੈਪਟਨ ਤੇ ਰੰਧਾਵਾ ਦੀ, ਕਹਿੰਦੇ ਅਸੀਂ ਪੈਨਸ਼ਨ ਵਿੱਚੋਂ ਕੱਟਾਂਗੇ ਕਿਉਂਕਿ ਉਹ ਫੀਸ ਕਹਿੰਦੇ ਅਸੀਂ ਨਹੀਂ ਦੇਣੀ, ਇਹਨਾਂ ਦੀ ਪੈਨਸ਼ਨ ਚੋਂ ਕੱਟ ਕੇ ਦੇਵਾਂਗੇ। ਕਿਵੇਂ ਦੇਖਦੇ ਹੋ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਸੰਜੀਦਾਪਨ ਪਤਾ ਨਹੀਂ ਇਹਨਾਂ ਨੇ ਕਦੋਂ ਦਿਖਾਣਾ ਹੈ ਆਪਣਾ। ਜਾਂ ਤੇ ਤੁਸੀਂ ਐਕਸ਼ਨ ਲਵੋ, ਕਾਰਵਾਈ ਕਰੋ, ਤੇ ਉਸ ਤੋਂ ਬਾਅਦ ਇਹ ਟਵੀਟਬਾਜੀ ਕਰੋ। ਬਟ ਮੈਂ ਇੱਕ ਚੀਜ਼ ਮਹਿਸੂਸ ਕਰਦਾ ਕਿ ਉਹ ਟਵੀਟੀ ਹੋਣਾ ਜ਼ਿਆਦਾ ਜ਼ਰੂਰੀ ਸਮਝਦੇ ਨੇ, ਐਕਸ਼ਨ ਲੈਣਾ ਘੱਟ। ਸੰਵਿਧਾਨ ਦੇ ਮੁਤਾਬਕ ਕੀ ਇਹਨਾਂ ਦੇ ਕੋਲ ਪ੍ਰਾਵਧਾਨ ਹੈਗਾ ਕਿਸੇ ਐਮਐਲਏ ਦੀ ਪੈਨਸ਼ਨ ਕੱਟਣ ਦਾ? ਤੇ ਜੇ ਤੁਹਾਡੇ ਕੋਲ ਪਾਵਰਾਂ ਹੀ ਨਹੀਂ ਹੈਗੀਆਂ ਤੇ ਫਿਰ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਉਹਦੇ ਜਿਹੜੇ ਕਾਨੂੰਨੀ ਪੱਖ ਨੇ ਉਹ ਜ਼ਰੂਰ ਸਮਝ ਲੈਣੇ ਚਾਹੀਦੇ ਨੇ। ਠੀਕ ਆ, ਜਿਹੜੀ ਗੱਲ ਰਹੀ, ਇਹ ਮਾੜੀ ਗੱਲ ਹੈ ਕਿਸੇ ਵੀ ਮਤਲਬ ਕਿ ਗੈਰ ਸਮਾਜਿਕ ਵਿਅਕਤੀ ਨੂੰ ਇਸ ਤਰ੍ਹਾਂ ਦਾ ਸੰਰਕਸ਼ਣ ਦੇਣਾ ਜਾਂ ਉਹਨੂੰ ਸੰਭਾਲਣਾ, ਇਹ ਕਿਸੇ ਵੀ ਸਰਕਾਰ ਵਾਸਤੇ ਚੰਗੀ ਗੱਲ ਨਹੀਂ। ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰਦਾ, ਪਰ ਮੁੱਖ ਮੰਤਰੀ ਸਾਹਿਬ ਸਿਰਫ ਆਪਣੀ ਵਾਹਵਾਹੀ ਖੱਟਣ ਵਾਸਤੇ ਉਹ ਤੀਰ ਛੱਡ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਦੇਖੋ, ਉਹ ਕਹਿ ਰਹੇ ਜੇ ਮੈਂ ਕੋਰਟ 'ਚ ਜਾਵਾਂਗਾ ਮੈਂ ਇਹਨਾਂ ਦੇ ਖਿਲਾਫ। ਭਾਈ, ਤੁਹਾਨੂੰ ਕੋਰਟ 'ਚ ਪਹਿਲਾਂ ਜਾਣਾ ਚਾਹੀਦਾ, ਟਵੀਟ ਬਾਅਦ 'ਚ ਕਰਨਾ ਚਾਹੀਦਾ। ਹੁਣ ਤੁਸੀਂ ਟਵੀਟ ਕਰ ਦਿੱਤਾ, ਉਹ ਸੁਖਵਿੰਦਰ ਰੰਧਾਵੇ ਨੇ ਅੱਗੋਂ ਬਿਆਨ ਇਹ ਦੇ ਦਿੱਤਾ ਵੀ ਮੁੱਖ ਮੰਤਰੀ ਸਾਹਿਬ ਮੈਨੂੰ ਨਾਲ ਕਾਪੀ ਭੇਜੋ ਜਿਹੜਾ ਤੁਸੀਂ ਮੇਰੇ ਤੇ ਕੇਸ ਕਰਨ ਲੱਗੇ ਜੇ, ਤੇ ਮੈਂ ਤੁਹਾਨੂੰ ਉਹਦਾ ਜਵਾਬ ਵੀ ਠੋਕ ਕੇ ਦਿਆਂਗਾ। ਇਹ ਤਮਾਸ਼ਾ ਹੀ ਬਣਾਉਂਦੇ ਨੇ ਨਾ, ਹਰ ਗੱਲ ਨੂੰ ਇੱਕ ਮਤਲਬ ਕਿ ਤਮਾਸ਼ੇ ਦੇ ਰੂਪ ਵਿੱਚ ਲੈ ਜਾਣਾ। ਔਰ ਸੰਜੀਦਾਪਨ ਦਿਖਾਉਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ। ਕੋਈ ਵੀ ਟਵੀਟ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਤੁਹਾਡੇ ਮੂੰਹ ਚੋਂ ਨਿਕਲੇ ਲਫ਼ਜ਼ ਨੇ ਉਹਨਾਂ ਦੀ ਕੋਈ ਵੈਲਿਊ ਆ, ਤੇ ਜੇ ਅੱਜ ਤੁਸੀਂ ਰੋਲਾ ਪਾ ਦਿੰਦੇ ਜੇ ਤੇ ਬਾਅਦ ਚ ਤੁਹਾਡੇ ਕੋਲ ਐਕਸ਼ਨ ਨਹੀਂ ਲਿਆ ਜਾਂਦਾ, ਉਹ ਸਭ ਤੋਂ ਮਾੜੀ ਗੱਲ ਹੈ। ਤੁਸੀਂ ਐਕਸ਼ਨ ਲੈ ਕੇ ਫਿਰ ਰੋਲਾ ਪਾਓ, ਮੇਰਾ ਇਹ ਮੰਨਣਾ ਹੈ ਜੀ। ਮਹਿੰਦਰੋ ਜੀ, ਕੰਵਰ ਮੰਜ਼ਲ ਜੀ ਨੇ ਆਪਣੀ ਗੱਲ ਰੱਖੀ ਹੈ, ਪਰ ਕੀ ਲੱਗਦਾ ਕਿ 26 ਵਾਰ ਇੱਕ ਗੈਂਗਸਟਰ ਨੂੰ ਕਿਸੇ ਸਟੇਟ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦੇਣਾ ਔਰ ਹਰ ਵਾਰੀ ਮਹਿੰਗੇ ਤੋਂ ਮਹਿੰਗੇ ਵਕੀਲ ਕਰਕੇ 55 ਲੱਖ ਰੁਪਏ ਇਸ ਗੱਲ ਤੇ ਲਗਾਉਣਾ ਕਿ ਇਹ ਗੈਂਗਸਟਰ ਜਿਹੜਾ ਸਾਡੀ ਜੇਲ੍ਹ ਚੋਂ ਬਾਹਰ ਨਾ ਜਾ ਸਕੇ, ਤੇ ਇਲਜ਼ਾਮ ਇਹ ਵੀ ਲੱਗਦਾ ਸੀਗਾ ਕਿ ਉਹਨਾਂ ਨੂੰ VIP ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਤੇ ਹੁਣ ਜਿਹੜੇ ਕੈਪਟਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਲੈਕਚਰ ਦੇ ਰਹੇ ਆ, ਦੱਸਦੇ ਰਹੇ ਕਿ ਅਗਿਆਨਤਾ ਆ, ਮਾਨ ਦਾ ਬਿਆਨ ਜਿਹੜਾ ਅਗਿਆਨਤਾ ਦਰਸਾ ਰਿਹਾ। ਕੀ ਲੱਗਦਾ ਜਿਹੜਾ ਗਿਆਨ ਸੀ 26 ਵਾਰ ਜਿਹੜਾ ਇਨਕਾਰ ਕਰਨ ਦਾ, ਉਹ ਤੇ ਲੱਖਾਂ ਰੁਪਏ ਖਜ਼ਾਨੇ ਚੋਂ ਲਾ ਦੇਣ ਦਾ, ਉਹ ਕਿੰਨਾ ਕੁ ਗਿਆਨ ਪ੍ਰਗਟ ਕਰਦਾ? ਕੀ ਕਹਿਣਾ ਚਾਹੋਗੇ? ਸੰਧੂ ਸਾਹਿਬ, ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਚਰਚਾ ਵੱਡੇ ਲੈਵਲ ਦੇ ਉੱਤੇ ਹੋ ਚੁੱਕੀ ਹੈ, ਔਰ ਇਹ ਉਹ ਮੁੱਦਾ ਹੈ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਕੈਪਟਨ ਅਮਰਿੰਦਰ ਸਿੰਘ ਉਸ ਦੇ ਮੁੱਖ ਮੰਤਰੀ ਸੀ, ਤੇ ਜਿਹੜਾ ਇਹ ਮੁਖਤਾਰ ਅੰਸਾਰੀ ਹੈ ਇਹ ਯੂਪੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਫੀਆ ਦੇ ਸੰਚਾਲਕ ਸੀ, ਤੇ ਕੇਂਦਰ ਦੇ ਵਿੱਚੋਂ ਜੋ ਕਾਂਗਰਸ ਦੀ ਹਾਈ ਕਮਾਨ ਹੈ ਉਸ ਦੇ ਵੱਲੋਂ ਜੋ ਗਾਈਡਲਾਈਨਸ ਮਿਲਦੀਆਂ ਸੀ, ਮੈਂ ਸਮਝਦਾ ਕਿ ਉਸ ਦੇ ਮੁਤਾਬਿਕ ਕੀਤਾ ਗਿਆ ਇਹ ਕੰਮ ਸੀ। ਉਸ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਕਿਸੇ ਨੂੰ ਵੀ ਐਸੀ ਉਮੀਦ ਨਹੀਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਜਵਾਬ ਦੇਣਾ ਪਵੇਗਾ, ਪਰ ਅੱਜ ਉਹ ਸਮਾਂ ਆ ਗਿਆ ਉਸ ਦੇ ਕਾਨੂੰਨੀ ਪੱਧਰ ਦੇ ਉੱਤੇ ਵੀ ਜਵਾਬ ਦੇਣੇ ਬਣਦੇ ਆ ਕਿ ਅਗਰ ਇੱਕ ਜਿਸ ਰਾਜ ਦਾ ਉਹ ਮੁਜਰਿਮ ਹੈ ਬੰਦਾ, ਉਹ ਕਿੱਡਾ ਵੀ ਵੱਡਾ ਮਾਫੀਆ ਉਹਦੇ ਉੱਥੇ ਸੀ ਪਹਿਲਾਂ, ਉਸ ਤੋਂ ਬਾਅਦ ਜਦੋਂ ਕਾਨੂੰਨੀ ਤੌਰ ਤੇ ਉਸ ਦੇ ਵਾਰੰਟ ਮਿਲਦੇ ਆ ਜਾਂ ਉਸ ਦੇ ਪ੍ਰੋਡਕਸ਼ਨ ਵਾਰੰਟ ਮਿਲਦੇ ਆ, ਤਾਂ ਉਸ ਨੂੰ ਲੈਣ ਦੇ ਲਈ ਅਗਰ ਉਸ ਰਾਜੇ ਦੀ ਪੁਲਿਸ ਮੰਗ ਕਰਦੀ ਹੈ ਤਾਂ ਤੁਸੀਂ 26 ਵਾਰ ਅਗਰ ਮਨਾ ਕਰਦੇ ਹੋ ਤਾਂ ਉਸ ਦਾ ਤੁਹਾਨੂੰ ਜਵਾਬ ਦੇਣਾ ਪਵੇਗਾ, ਉਸ ਸਮੇਂ ਦੇ ਮੁੱਖ ਮੰਤਰੀ ਨੂੰ ਵੀ ਔਰ ਉਸ ਸਮੇਂ ਦੇ DGP ਨੂੰ ਵੀ। ਹੁਣ ਗੱਲ ਆ ਗਈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੋ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਅਸੀਂ ਇਹਨਾਂ ਦੇ ਉੱਤੇ ਖਰਚਿਆ ਗਿਆ ਜਿਹੜਾ 55 ਲੱਖ ਰੁਪਇਆ ਉਹ ਵਸੂਲ ਕਰਾਂਗੇ। ਉਧਰੋਂ ਰੰਧਾਵਾ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉਹ ਪੈਸਾ ਤਾਂ ਹਲੇ ਤੱਕ ਦਿੱਤਾ ਹੀ ਨਹੀਂ ਗਿਆ, ਸ਼ਾਇਦ ਹੋ ਸਕਦਾ ਕਿ ਕਾਗਜ਼ਾਂ ਦੇ ਵਿੱਚ ਉਹ ਦੇਣ ਦਾ ਕੰਟਰੈਕਟ ਹੋਵੇ ਤੇ ਹੁਣ ਉਹ ਪੈਸੇ ਦੇਣ ਦੀ ਵਾਰੀ ਆ ਰਹੀ ਹੋਵੇ,
ਤੇ ਇਸ ਲਈ ਕੈਪਟਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਵੇ ਕਿ ਵੀ ਇਹ ਪੈਸੇ ਦੀ ਜਿਹੜੀ ਆ ਵਸੂਲੀ ਅਸੀਂ ਇਹਨਾਂ ਦੇ ਪੱਤੇ ਰੋਕ ਕੇ ਜਾਂ ਪੈਨਸ਼ਨ ਰੋਕ ਕੇ ਉਸ ਦੇ ਵਿੱਚੋਂ ਕਰਾਂਗੇ। ਹੁਣ ਗੱਲ ਇਹ ਆ ਜਾਂਦੀ ਹੈ ਕਿ ਠੀਕ ਹੈ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਵੇਲੇ ਵੀ ਤੇ ਉਸ ਤੋਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਲੋਕਾਂ ਦੇ ਇੱਕ ਇੱਕ ਪੈਸੇ ਦਾ ਜਿਹੜਾ ਵੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਅਸੀਂ ਉਸ ਨੂੰ ਵਾਪਿਸ ਲੈਣ ਦਾ ਪ੍ਰਯਾਸ ਕਰਾਂਗੇ ਔਰ ਵਾਪਿਸ ਵਸੂਲ ਕਰਾਂਗੇ। ਇਹ ਇੱਕ ਵਧੀਆ ਗੱਲ ਹੈ ਅਗਰ ਬਦਲਾਅ ਦੇ ਵੱਲ ਜਾਂਦੇ ਆ, ਲੇਕਿਨ ਉਹ ਇੱਕ ਐਸੀ ਕੁਰਸੀ ਦੇ ਉੱਤੇ ਬੈਠੇ ਨੇ ਜਿਸ ਨੂੰ ਸੰਵਿਧਾਨ ਦਾ ਵੀ ਪਾਲਣ ਕਰਨਾ ਪਵੇਗਾ ਔਰ ਸੰਵਿਧਾਨ ਦੇ ਮੁਤਾਬਿਕ ਕਾਨੂੰਨੀ ਲੜਾਈ ਲੜਦੇ ਹੋਏ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਔਰ ਪੁਰਾਣੇ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਉੱਤੇ ਸਜ਼ਾਵਾਂ ਦੇਣ ਦੇ ਲਈ ਜਾਂ ਵਸੂਲੀ ਕਰਨ ਦੇ ਲਈ ਜੋ ਵੀ ਕਦਮ ਉਹ ਚੱਕਣਗੇ, ਮੈਂ ਸਮਝਦਾ ਕਿ ਉਹ ਸੋਚ ਸਮਝ ਕੇ ਆਪਣੇ ਜਿਹੜੇ ਵੀ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਦੇ ਕੋਲੋਂ ਸਲਾਹ ਲੈ ਕੇ ਫਿਰ ਹੀ ਜਿਹੜਾ ਇਦਾਂ ਦਾ ਕਦਮ ਚੱਕਣਗੇ। ਤੇ ਬਾਕੀ ਜਦੋਂ ਵੀ ਉਹ ਕਦਮ ਚੱਕਣ ਇਸ ਤਰੀਕੇ ਨਾਲ ਚੱਕਣ ਤਾਂ ਕਿ ਉਹਨਾਂ ਦੀ ਸ਼ਾਨ ਦੇ ਉੱਤੇ ਕੋਈ ਆਂਚ ਨਾ ਆਵੇ ਔਰ ਆਮ ਆਦਮੀ ਪਾਰਟੀ ਦੇ ਲਈ ਲੋਕਾਂ ਨੂੰ ਉਂਗਲ ਨਾ ਚੁੱਕਣੀ ਪਵੇ। ਮੈਂ ਐਸੀ ਉਮੀਦ ਕਰਦਾ ਕਿ ਇਸ ਲੜਾਈ ਨੂੰ ਵੀ ਬੜੇ ਸੰਜੀਦਾ ਤਰੀਕੇ ਦੇ ਨਾਲ ਨਿਪਟਾਉਣ ਦੀ ਉਹ ਕੋਸ਼ਿਸ਼ ਕਰਨਗੇ। ਜੀ ਕਮਰ ਮੰਜ਼ਲ ਜੀ, ਇਸ ਖਬਰ ਦਾ ਇੱਕ ਹੋਰ ਪੱਖ ਆ, ਸੁਖਪਾਲ ਖਹਿਰਾ ਬੜੇ ਚਰਚਿਤ ਲੀਡਰ ਨੇ, ਆਮ ਆਦਮੀ ਪਾਰਟੀ ਵਿੱਚ ਵੀ ਰਹਿ ਚੁੱਕੇ ਆ ਤੇ ਹੁਣ ਉਹ ਆ ਗਏ ਨੇ ਕਾਂਗਰਸ ਪਾਰਟੀ 'ਚ ਮੁੜ ਕੇ, ਤੇ ਕਾਂਗਰਸ ਦੇ ਵਿੱਚ ਉਹ ਬੜਾ ਜ਼ੋਰ ਸ਼ੋਰ ਲਾ ਰਹੇ ਆ ਤੇ ਉਹ ਭਗਵੰਤ ਮਾਨ ਵਰਸਸ ਕੈਪਟਨ ਅਮਰਿੰਦਰ ਸਿੰਘ ਤੇ ਰੰਧਾਵਾ ਦੇ ਮੁੱਦੇ ਉੱਤੇ ਜਿਹੜੇ ਆ ਟਪਕੇ ਨੇ ਤੇ ਉਹਨਾਂ ਨੇ ਆਉਂਦੇ ਹੋਏ ਇਹ ਬਿਆਨ ਦਿੱਤਾ ਆ। ਉਹਨਾਂ ਨੇ ਜਿਹੜੀ ਗੱਡੀ ਆ ਉਹ ਕੇਜਰੀਵਾਲ ਪਾਸੇ ਨੂੰ ਮੋੜ ਦਿੱਤੀ ਆ। ਉਹ ਕਹਿੰਦੇ ਫਿਰ ਏਦਾਂ ਪੈਸੇ ਲਏ ਜਾ ਸਕਦੇ ਆ। ਫਿਰ ਕੇਜਰੀਵਾਲ ਨੇ ਆਪਣੇ ਅਤੇ ਨਾਲੇ ਕਹਿੰਦੇ ਸਤਿੰਦਰ ਜੈਨ ਦਾ ਜਿਹੜਾ ਕੇਸ ਆ ਉਹਨੂੰ ਲੜਨ ਵਾਸਤੇ ਅਭਿਸ਼ੇਕ ਸਿੰਘ ਵੀ ਤੇ ਇੱਕ ਹੋਰ ਵਕੀਲ ਨੇ, ਉਹਨਾਂ ਨੂੰ ਕਹਿੰਦੇ 25 ਕਰੋੜ ਰੁਪਏ ਦਿੱਤੇ ਨੇ। ਫਿਰ ਤਾਂ ਕਹਿੰਦੇ 25 ਕਰੋੜ ਰੁਪਏ ਕੇਜਰੀਵਾਲ ਤੋਂ ਵੀ ਵਸੂਲ ਲੈਣੇ ਚਾਹੀਦੇ ਆ। ਕੀ ਕਹਿਣਾ ਚਾਹੋਗੇ? ਸੰਧੂ ਸਾਹਿਬ, ਮੈਂ ਬੇਨਤੀ ਤੁਹਾਨੂੰ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਹਰ ਬਿਆਨ ਦੇਣ ਤੋਂ ਪਹਿਲਾਂ ਉਹਦੇ ਪਹਿਲੂ ਜ਼ਰੂਰ ਵਾਚ ਕਰ ਲੈਣੇ ਚਾਹੀਦੇ ਨੇ। ਮੈਂ ਬਿਲਕੁਲ ਇਸ ਗੱਲ ਦਾ ਹਮਾਇਤੀ ਨਹੀਂ ਵੀ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕੋਈ ਸੰਰਕਸ਼ਣ ਸਰਕਾਰਾਂ ਦੇਣ, ਇਹ ਬਿਲਕੁਲ ਗਲਤ ਗੱਲ ਹੈ। ਜਿੰਨੇ ਵੀ ਦਿੱਤਾ ਉਹ ਗਲਤ ਹੈ। ਜੇ ਪਹਿਲਾਂ ਕੈਪਟਨ ਨੇ ਦਿੱਤਾ ਉਹ ਗਲਤ ਹੈ, ਜੇ ਅੱਜ ਕੇਜਰੀਵਾਲ ਦੇ ਰਿਹਾ ਉਹ ਵੀ ਗਲਤ ਹੈ। ਪਰ ਮੈਂ ਉਹ ਬੇਨਤੀ ਕਰਨ ਲੱਗਾ ਵੀ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ ਤੇ 4 ਉਂਗਲਾਂ ਆਪਣੇ ਵੱਲ ਹੋ ਜਾਂਦੀਆਂ ਨੇ। ਤੁਸੀਂ 55 ਲੱਖ ਦੀ ਗੱਲ ਕਰ ਰਹੇ ਹੋ ਤੇ 25 ਕਰੋੜ ਤੁਹਾਡੇ ਹੀ ਪਾਰਟੀ ਦੇ ਕਨਵੀਨਰ, ਉਹਦੇ ਤੇ ਵੀ ਸਵਾਲ ਖੜੇ ਹੋ ਰਹੇ ਨੇ। ਇਸ ਲਈ ਇਹ ਜਿਹੜੀ ਮੈਂ ਮਹਿਜ ਇੱਕ ਬਿਆਨਬਾਜ਼ੀ ਇਹਨੂੰ ਸਮਝਦਾ ਵਾਂ, ਜਾਂ ਇਹਦੇ ਤੇ ਫਿਰ ਪ੍ਰੋਪਰ ਐਕਸ਼ਨ ਲੈਣ। ਫਿਰ ਸਾਡਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਵੀ ਤੁਸੀਂ ਪਰਿਭਾਸ਼ਾ ਕਰਨੀ ਉਹ ਫਿਰ ਸਰਲਤਾ ਦੇ ਨਾਲ ਸਾਰਿਆਂ ਦੇ ਬਰਾਬਰ ਕਰੋ। ਕੈਪਟਨ ਅਮਰਿੰਦਰ ਸਿੰਘ ਤੇ ਵੀ ਕਾਰਵਾਈ ਕਰ ਦਿਓ ਤੇ ਕੇਜਰੀਵਾਲ ਤੇ ਵੀ ਐਕਸ਼ਨ ਲਵੋ। ਜੀ ਮਹਿੰਦਰੋ ਜੀ, ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇਸ ਵਕਤ ਜਿਹੜੇ ਨਸ਼ੇ ਬਣਦੇ ਜਾ ਰਹੇ ਨੇ। ਨਸ਼ੇ ਦੇ ਵਿੱਚ ਨਸ਼ੇ ਜਿਹੜੇ ਆ ਚੰਗੇ ਭਲੇ ਪੁੱਤਾਂ ਨੂੰ ਕਪੁੱਤ ਬਣਾ ਰਹੇ ਨੇ। ਇਹੋ ਜਿਹੀਆਂ ਹਰਕਤਾਂ, ਇਹੋ ਜਿਹੀਆਂ ਘਿਨੌਣੀਆਂ ਹਰਕਤਾਂ, ਵਾਰਦਾਤਾਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਨਸਾਨੀਅਤ ਦਾ ਸਿਰ ਵੀ ਜਿਹੜਾ ਸ਼ਰਮਸ਼ਾਰ ਹੋ ਰਿਹਾ। ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਛਤਰਾਣਾ ਕਸਬਾ ਪੈਂਦਾ, ਉਹਦੇ ਨੇੜੇ ਇੱਕ ਪਿੰਡ ਦੇ ਵਿੱਚ ਇੱਕ ਕਲਯੁਗੀ ਪੁੱਤ ਨੇ ਆਪਣੀ ਮਾਂ ਦੇ ਆਪਣੇ ਜਿਹੜਾ ਮਤਲਬ ਭਰਾ ਸੀਗਾ ਉਹਨਾਂ ਦੀ ਹੱਤਿਆ ਕਰ ਦਿੱਤੀ ਆ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੇ ਰੌਡ ਲੈ ਕੇ ਸਿਰ 'ਚ ਮਾਰ ਕੇ ਮਾਰਤੀ। ਇੰਨਾ ਹੀ ਨਹੀਂ, ਜਿਹੜਾ ਆਪਣਾ ਛੋਟਾ ਭਰਾ ਸੀ ਜਿਹਦੀ ਹੱਤਿਆ ਕੀਤੀ ਸੀ ਉਹਦੀ ਲਾਸ਼ ਕਿਸੇ ਨਾਲੇ ਦੇ ਉੱਤੇ ਸੁੱਟਿਆ ਆ, ਜਿੱਥੇ ਬੇਪਛਾਣ ਕਰਕੇ ਪੁਲਿਸ ਨੇ ਉਹਦਾ ਸੰਸਕਾਰ ਕਰ ਦਿੱਤਾ ਸੀ। ਤੇ ਮਾਂ ਦੇ ਕਹਿੰਦੇ ਲਾਸ਼ ਜਿਹੜੀ ਹੈ ਉਹਦੇ ਟੁਕੜੇ ਕਰਕੇ ਨਾਲ ਹੋਰ 2 ਦੋਸਤ ਰਲਾਏ ਹੋਏ ਸੀ ਘਰ ਦੇ ਵਿੱਚ ਹੀ, ਕਹਿੰਦੇ ਉੱਥੇ ਉਹਨੂੰ ਸਾੜ ਰਿਹਾ ਸੀਗਾ ਥੋੜੇ ਕਰਕੇ। ਤੇ ਬਦਬੂ ਆਈ ਹੈ ਤੇ ਆਂਢ ਗੁਆਂਢ ਤੋਂ ਪਤਾ ਲੱਗਾ ਤੇ ਉਹਦੇ ਮਾਮੇ ਨੂੰ ਪਤਾ ਲੱਗਾ, ਉਹ ਪਹੁੰਚੇ ਨੇ ਤੇ ਪੁਲਿਸ ਦੀ ਕਾਰਵਾਈ ਹੋਈ ਹੈ ਤੇ ਉਹਦੇ ਕੋਲ ਸਾਰਾ ਬਰਾਮਦ ਕਰ ਲਿਆ। ਤੇ ਮੌਕੇ ਤੋਂ ਜਦੋਂ ਘਰ ਵਾਲੇ ਗਏ ਨੇ ਅੰਦਰ ਤੇ ਉਹ ਉਸ ਮੌਕੇ ਤੋਂ ਫਰਾਰ ਹੋ ਗਏ ਤਿੰਨੋਂ ਜਿਹੜੇ ਦੋਸ਼ੀ ਨੇ। ਕਿਵੇਂ ਦੇਖਦੇ ਇਸ ਵਾਰਦਾਤ ਨੂੰ? ਸੰਧੂ ਸਾਹਿਬ, ਇਹ ਬੜੀ ਹੀ ਦੁਖਦ ਖਬਰ ਹੈ ਸਾਡੇ ਪੰਜਾਬ ਦੇ ਲਈ ਵੀ, ਪੰਜਾਬੀਆਂ ਦੇ ਲਈ ਵੀ ਔਰ ਇਨਸਾਨੀਅਤ ਦੇ ਲਈ ਵੀ। ਬਾਕੀ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੂੰ ਇਹਨਾਂ ਮੁੱਦਿਆਂ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਪਹਿਲਾਂ ਇਨਸਾਨੀਅਤ ਬਚਾਉਣ ਦੀ ਜ਼ਰੂਰਤ ਹੈ।
ਫਿਰ ਉਸ ਤੋਂ ਬਾਅਦ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬੀ ਵਿਰਸੇ ਨੂੰ ਬੜਾ ਵੱਡਾ ਵਿਰਸਾ ਮੰਨਿਆ ਜਾਂਦਾ ਸੀ ਔਰ ਬੜੇ ਦਲੇਰ ਤੇ ਬੜੇ ਸੂਝਵਾਨ ਲੋਕ ਇਹਦੇ ਵਿੱਚ ਕਿਸੇ ਸਮੇਂ ਹੁੰਦੇ ਸੀ। ਪਰ ਇਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਇੱਕ 6ਵਾਂ ਦਰਿਆ ਪੰਜਾਬ ਦੇ ਵਿੱਚ ਨਸ਼ੇ ਦਾ ਚੱਲਿਆ, ਉਸ ਦਰਿਆ ਨੇ ਬਹੁਤ ਕੁਝ ਹੜ ਲਿਆ ਤੇ ਅੱਜ ਵੀ ਜਿਹੜਾ ਹੜ ਰਿਹਾ, ਭਾਵੇਂ ਪੰਜਾਬ ਦੇ ਵਿੱਚ ਸੱਤਾਰੂੜ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਜਾਂ ਦੂਸਰੇ ਲੋਕ ਅੱਜ ਵੀ ਦੂਸਰੀਆਂ ਸਟੇਟਾਂ 'ਚ ਜਾ ਕੇ ਲੱਖ ਵਾਰੀ ਕਹਿ ਦੇਣ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰ ਦਿੱਤਾ, ਪਰ ਇਹ ਜੜ੍ਹਾਂ ਜਿਹੜੀਆਂ ਬਹੁਤ ਮਜ਼ਬੂਤ ਨੇ ਔਰ ਅੱਜ ਤੱਕ ਉਹਨਾਂ ਜੜ੍ਹਾਂ ਨੂੰ ਫਲ ਲੱਗ ਰਹੇ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਦੁਖਦ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤੇ ਇਸ ਕਰਕੇ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਨੂੰ, ਸਾਡੇ ਡੀਜੀਪੀ ਸਾਹਿਬ ਨੂੰ ਔਰ ਸਾਡੇ ਮਾਨਯੋਗ ਮੰਤਰੀ ਮੰਡਲ ਨੂੰ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਆਪਣੇ ਨੁਮਾਇੰਦਿਆਂ ਨੂੰ ਕਹਿ ਕੇ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ, ਇਸ ਨੂੰ ਜੜੋਂ ਪੱਟਣ ਦੀ ਲੋੜ ਹੈ। ਜਦੋਂ ਤੱਕ ਇਹ ਜੜੋਂ ਨਹੀਂ ਪੱਟਿਆ ਜਾਂਦਾ, ਇਸ ਤਰ੍ਹਾਂ ਦੀਆਂ ਦੁਖਦ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੀ ਰਹਿਣਗੀਆਂ ਤੇ ਇਸ ਕਰਕੇ ਉਨੀ ਦੇਰ ਪੰਜਾਬ ਕਦੇ ਵੀ ਖੁਸ਼ਹਾਲ ਪੰਜਾਬ ਨਹੀਂ ਬਣ ਸਕੇਗਾ ਜਦੋਂ ਤੱਕ ਇਹ 6ਵਾਂ ਦਰਿਆ ਇੱਥੋਂ ਬੰਦ ਨਹੀਂ ਹੋਏਗਾ। ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਕਿ ਇਸ 6ਵੇਂ ਦਰਿਆ ਨੂੰ ਜਿੰਨੀ ਜਲਦੀ ਹੋ ਸਕੇ ਬੰਨ ਲਾਇਆ ਜਾਵੇ ਔਰ ਨਸ਼ੇ ਦੀ ਇਸ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ, ਤਾਂ ਹੀ ਸਾਡੇ ਪੰਜਾਬ ਦੇ ਵਿੱਚ ਖੁਸ਼ੀਆਂ ਜਿਹੜੀਆਂ ਆ ਸਕਦੀਆਂ ਨੇ। ਜੀ ਕੰਵਰ ਮੰਜ਼ਲ ਜੀ, ਤੁਹਾਡਾ ਅੰਮ੍ਰਿਤਸਰ ਦਾ ਇਲਾਕੇ ਦਾ ਪਿੰਡ ਆ ਜੀ ਬਰਾੜ ਪਿੰਡ ਦੇ ਵਿੱਚ ਕਹਿੰਦੇ ਨਸ਼ਾ ਏਦਾਂ ਦਾ ਇੱਕ ਘਰ ਦੇ ਵਿੱਚ ਵੜਿਆ ਕਿ ਉੱਥੇ ਉਹਨੇ ਪੂਰੇ ਦਾ ਪੂਰਾ ਪਰਿਵਾਰ ਉਜਾੜਤਾ। ਉਹਨਾਂ ਦਾ ਤੀਜਾ ਜਿਹੜਾ ਭਰਾ ਸੀ ਉਹ ਵੀ ਨਸ਼ੇ ਦੀ ਓਵਰਡੋਜ਼ ਕਾਰਨ ਉਹਦੀ ਮੌਤ ਹੋ ਜਾਂਦੀ ਹੈ। ਜੇ ਇਹ ਹਾਲਾਤ ਨੇ ਸਾਡੇ ਜਵਾਨੀ ਦੇ, ਤੇ ਫਿਰ ਅਸੀਂ ਚਿੰਤਾ ਇਹ ਵੀ ਕਰਦੇ ਹਾਂ, ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਆ ਕਿ ਲੋਕੀ ਵਿਦੇਸ਼ ਨਹੀਂ ਜਾਣਗੇ, ਤੇ ਕੀ ਲੱਗਦਾ ਲੋਕਾਂ ਦਾ ਵਿਦੇਸ਼ ਜਾਣ ਦਾ ਜਿਹੜਾ ਰੁਝਾਨ ਆ ਉਹ ਜਿੱਦਾਂ ਦੇ ਹਾਲਾਤ ਵਿੱਚ ਘਟ ਪਾਏਗਾ? ਕਿਵੇਂ ਦੇਖਦੇ ਹੋ ਨਸ਼ਿਆਂ ਦੀ ਸਮੱਸਿਆ ਨੂੰ? ਸੰਧੂ ਸਾਹਿਬ, ਇਹ ਜਿਹੜੀਆਂ ਘਟਨਾਵਾਂ ਨੇ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੇ। ਔਰ ਜਦੋਂ ਕੋਈ ਸਾਡੇ ਲੀਡਰ ਸਾਹਿਬਾਨ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਦੂਸਰੀਆਂ ਸਟੇਟਾਂ 'ਚ ਜਾ ਕੇ ਕਹਿੰਦੇ ਜੀ ਮੈਂ ਜੜੋਂ ਹੀ ਨਸ਼ਾ ਖਤਮ ਕਰ ਦਿੱਤਾ, ਤੇ ਡੁੱਬ ਮਰਨ ਤੇ ਸ਼ਰਮ ਵਾਲੀ ਗੱਲ ਆ ਵੀ ਤੁਸੀਂ ਕਿਹੜੇ ਮੂੰਹ ਨਾਲੇ ਗੱਲਾਂ ਕਰਦੇ ਹੋ, ਜਦੋਂ ਕਿ ਨਿਤ ਨਵੀਂ ਇੱਕ ਘਟਨਾ ਵਾਪਰਦੀ ਹੈ। ਰੋਜ਼ ਕੋਈ ਨਾ ਕੋਈ ਐਸੀ ਘਟਨਾ ਸਾਡੇ ਸਾਹਮਣੇ ਆ ਜਾਂਦੀ ਹੈ। ਇੱਕ ਪੁੱਤ ਦਾ ਮਾਂ ਨੂੰ ਵੱਢ ਕੇ ਘਰ 'ਚ ਹੀ ਸਾੜ ਦੇਣਾ, ਛੋਟੇ ਭਰਾ ਨੂੰ ਮਾਰ ਕੇ ਨਾਲੇ ਤੇ ਜਾ ਕੇ ਸੁੱਟ ਆਣਾ, ਤੇ ਇੱਕ ਘਰ ਦੇ ਵਿੱਚ 1 2 ਤੇ 3 ਪੁੱਤਰ ਨਸ਼ੇ ਦੀ ਓਵਰਡੋਜ਼ ਨਾਲ ਮਰ ਜਣੇ। ਇਸ ਤੋਂ ਵੱਧ ਸ਼ਰਮਨਾਕ ਤੇ ਦਰਦਨਾਕ ਕੋਈ ਗੱਲ ਪੰਜਾਬ ਵਾਸਤੇ ਨਹੀਂ ਹੋ ਸਕਦੀ। ਔਰ ਸਾਡੀ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਤੇ ਨਾਲ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਝੂਠ ਦਾ ਪ੍ਰਸਾਰ ਬੰਦ ਕਰਕੇ ਇਹਦੇ ਤੇ ਐਕਸ਼ਨ ਲਵੋ। ਕਿੱਥੇ ਹੈ ਸਰਕਾਰ, ਕਿੱਥੇ ਹੈ ਉਹ ਨਸ਼ਾ ਜਿਹੜਾ ਤੁਸੀਂ ਖਤਮ ਕੀਤਾ? ਜੇ ਰੋਜ਼ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ, ਇਹ ਦੁੱਖ ਦੀ ਗੱਲ ਹੈ, ਇਹ ਬਹੁਤ ਹੀ ਮਾੜੀ ਗੱਲ ਹੈ। ਔਰ ਮੈਂ ਇਹਦੇ 'ਚ ਸਮਝਦਾ ਕਿ ਸਾਡੀਆਂ ਸਰਕਾਰਾਂ ਅੱਜ ਤੱਕ ਜਿੰਨੀਆਂ ਵੀ ਇਸ ਕੰਮ ਵਾਸਤੇ ਕਿ ਉਹਨਾਂ ਦੇ ਸਾਰੇ ਹੀ ਜਿਹੜੇ ਯਤਨ ਨੇ ਉਹ ਅਸਫਲ ਰਹੇ ਨੇ, ਫੇਲੀਅਰ ਹੈ ਸਾਡੀਆਂ ਸਰਕਾਰਾਂ ਦਾ। ਇਹਦੇ ਤੇ ਸਾਰੇ ਕੰਮ ਛੱਡ ਕੇ ਸਿਰਫ ਇਸ ਚੀਜ਼ ਨੂੰ ਅਸੀਂ ਸਾਂਭ ਲਈਏ ਤੇ ਅਸੀਂ ਆਪਣਾ ਭਵਿੱਖ ਸਾਂਭ ਲਾਂਗੇ, ਨਹੀਂ ਤੇ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਬਹੁਤ ਵੱਡੇ ਡਾਰਕਨੈਸ ਦੇ ਵਿੱਚ ਖਤਰੇ 'ਚ ਜਾ ਰਿਹਾ, ਕਾਲੇ ਦੌਰ 'ਚ ਜਾ ਰਿਹਾ। ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਸਰਕਾਰ ਉਹ ਕੀ ਕਰ ਸਕਦੀ ਹੈ? ਸਿਰਫ ਮੁਲਜ਼ਮਾਂ ਦੀ ਫੜੋ ਫੜਾਈ, ਨਸ਼ੇ ਕਰਨ ਵਾਲੇ ਨੂੰ ਜੇਲ੍ਹਾਂ 'ਚ ਡੱਕ ਦੇਣਾ, ਇਹ ਕਾਫੀ ਹੈ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਯੋਜਨਾ ਬਣਾਉਣ ਦੀ ਲੋੜ ਹੈ? ਸੰਧੂ ਸਾਹਿਬ, ਮੇਰਾ ਇਹ ਮੰਨਣਾ ਵਾ ਨਸ਼ੇ ਨੂੰ ਖਤਮ ਕਰਨ ਵਾਸਤੇ ਸਾਨੂੰ ਪੁਲਿਸ ਤੇ ਪਬਲਿਕ ਦੀ ਸਾਂਝੀ ਟੀਮ ਬਣਾਉਣੀ ਚਾਹੀਦੀ ਆ। ਮੈਂ ਜਿੱਥੋਂ ਤੱਕ ਸਮਝਦਾ ਕਿ ਲੋਕ ਡਰਦੇ ਮਾਰੇ ਪੁਲਿਸ ਕੋਲ ਖਬਰ ਨਹੀਂ ਪਹੁੰਚਾਉਂਦੇ, ਜੇ ਪਹੁੰਚਾ ਦਿੰਦੇ ਨੇ ਤੇ ਉਹਦਾ ਬਾਈ ਨੇਮ ਅਗਲੇ ਨੂੰ ਲੀਕੇਜ ਹੋ ਜਾਂਦੀ ਆ ਤੇ ਮੁੜ ਕੇ ਉਹਨਾਂ ਨੂੰ ਆਪਣੀ ਜਾਨ ਮਾਲ ਦੀ ਰਾਖੀ ਔਖੀ ਹੋ ਜਾਂਦੀ ਆ। ਗੈਂਗਸਟਰ ਕਲਚਰ, ਨਸ਼ੇ ਦੇ ਜਿਹੜੇ ਵਪਾਰੀ ਨੇ ਇਹ ਰਲ ਕੇ ਵਪਾਰ ਕਰ ਰਹੇ ਨੇ, ਲੀਡਰਸ਼ਿਪ ਦਾ ਇਹਨਾਂ ਦੇ ਉੱਤੇ ਪੂਰਾ ਹੱਥ ਹੈ। ਬਿਨਾਂ ਰਹਿਨੁਮਾਈ ਤੋਂ ਨਸ਼ਾ ਪਨਪ ਹੀ ਨਹੀਂ ਸਕਦਾ। ਇਹਦੇ ਵਿੱਚ ਅੱਜ ਇਹੀ ਲੀਡਰ ਸਾਹਿਬਾਨ ਸਾਡੇ ਦੂਜਿਆਂ ਦੇ ਦੋਸ਼ ਲਗਾਉਂਦੇ ਹੁੰਦੇ ਸੀ ਕਿ ਫਲਾਣੇ ਦਾ ਚਿੱਟਾ ਵਿਕਦਾ, ਢਮਕਾਣੇ ਦਾ ਚਿੱਟਾ ਵਿਕਦਾ। ਹੁਣ ਮੇਰੀ ਬੇਨਤੀ ਆ ਭਰਾਵੋ, ਹੁਣ ਤੇ ਸਰਕਾਰ ਤੁਹਾਡੀ ਆ ਗਈ, ਹੁਣ ਦੱਸ ਦਿਓ ਕਿਹਦਾ ਚਿੱਟਾ ਵਿਕਦਾ, ਤੇ ਜਿਹਦਾ ਵਿਕਦਾ ਉਹਨੂੰ ਤੁਸੀਂ ਅੰਦਰ ਦੇ ਦਿਓ ਭਰਾ ਮੇਰਿਓ। ਪਰ ਲੇਕਿਨ ਜਵਾਨੀ ਬਚਾ ਲਈਏ ਪੰਜਾਬ ਦੀ, ਰਹਿਮ ਦੀ ਅਪੀਲ ਹੈ, ਜਵਾਨੀ ਬਚਾ ਲਈਏ। ਬਹੁਤ ਦੁੱਖ ਦੀ ਗੱਲ ਹੈ ਜੀ। ਮਹਿੰਦਰੋ ਜੀ, ਕੀ ਲੱਗਦਾ
ਕਿਉਂਕਿ ਜਦੋਂ ਕੋਈ ਨਸ਼ੇੜੀ ਨਸ਼ੇ ਕਰਦੇ ਆ, ਅੱਜ ਤੱਕ ਇਕੱਠੇ ਹੋ ਕੇ ਹਜੂਮ ਦੇ ਰੂਪ ਚ ਕਰਨੇ ਸ਼ੁਰੂ ਕਰਤੇ ਨਸ਼ੇ ਉਹਨਾਂ ਨੇ, ਤੇ ਉਹਨਾਂ ਨੂੰ ਭਾਵੇਂ ਨਾ ਵੀ ਸ਼ਿਕਾਇਤ ਕਰੀਏ, ਜੇ ਤੇ ਸ਼ੱਕ ਹੋ ਜਾਂਦਾ ਤੇ ਉਹਦੀ ਕੁੱਟਮਾਰ ਜਿਹੜੀ ਆ ਸ਼ੁਰੂ ਕਰ ਦਿੰਦੇ, ਤੇ ਡਰਦਾ ਕੋਈ ਜਿਹੜਾ ਉਹਨਾਂ ਦੀ ਬਾਰੇ ਪੁਲਿਸ ਕੋ ਜਾ ਕੇ ਦੱਸਦਾ ਨਹੀਂ। ਜਿਵੇਂ ਕਮਰ ਮੰਜ਼ਲ ਜੀ ਕਹਿ ਰਹੇ ਸੀ, ਜੇ ਕੋਈ ਪੁਲਿਸ ਤੱਕ ਪਹੁੰਚ ਕਰਦਾ ਵੀ ਹੈ ਤੇ ਪੁਲਿਸ ਹੀ ਇਹਨਾਂ ਦਾ ਨਾਂ ਲੀਕ ਕਰ ਦਿੰਦੀ ਹੈ। ਕਿਤੇ ਨਾ ਕਿਤੇ ਜਿਹੜੀਆਂ ਵਿੱਚ ਭੇਡਾਂ ਨੇ ਕਾਲੀਆਂ, ਉਹ ਪੁਲਿਸ ਤੰਤਰ ਵਿੱਚ ਰਲੀਆਂ ਹੋਈਆਂ, ਤੇ ਉਹ ਉਹਨਾਂ ਦੇ ਕਰਕੇ ਕਈ ਵਾਰੀ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਸਾਡੇ ਨਸ਼ੇ ਦੀ ਜਿਹੜੀ ਸਮੱਸਿਆ ਆ ਉਹਦੇ ਹੱਲ ਹੋਣ ਦੀ ਥਾਂ ਤੇ ਉਹ ਉਲਟ ਪਾਸੇ ਨੂੰ ਜਾਂਦੀ। ਤੇ ਦੂਜੀਆਂ ਘਟਨਾਵਾਂ ਜਲੰਧਰ ਦੇ ਵਿੱਚ ਤੁਸੀਂ ਦੇਖਦੇ ਹੋ ਵਾਪਰਦੀਆਂ ਨੇ ਕਿ ਜਿਹੜੇ ਲੋਕੀ ਸਮਝਾਉਣ, ਕਿਸੇ ਨੂੰ ਕੋਸ਼ਿਸ਼ ਕਰਦੇ ਨੇ ਸਮਝਾਉਣ ਦੀ ਵੀ ਕਿ ਬੇਟਾ ਨਸ਼ੇ ਨਾ ਕਰਿਆ ਕਰੋ, ਕਈ ਵਾਰੀ ਏਦਾਂ ਹੁੰਦੀ ਹੈ ਕਿ ਉਸੇ ਬੰਦੇ ਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਲਿਆ ਜਾਂਦਾ, ਤੇ ਜਿਹੜੇ ਨਸ਼ੇੜੀ ਆ ਕਈ ਵਾਰੀ ਉਹਨੂੰ ਵੀ ਆਪਣਾ ਸੌਫਟ ਟਾਰਗੇਟ ਬਣਾ ਲੈਂਦੇ। ਇਦਾਂ ਦੇ ਹਾਲਾਤ ਵੀ ਪੈਦਾ ਹੋ ਜਾਂਦੇ। ਫਿਰ ਇਦਾਂ ਦੇ ਪੇਚੀਦਾ ਹਾਲਾਤ ਵਿੱਚ ਜਨਤਾ ਕੀ ਕਰ ਸਕਦੀ ਹੈ, ਸਰਕਾਰ ਕੀ ਕਰੇ? ਸੰਧੂ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ, ਉਸ ਤੋਂ ਕੁਝ ਸਮੇਂ ਬਾਅਦ ਹੀ ਪਿੰਡਾਂ ਦੇ ਵਿੱਚ ਇਹਨਾਂ ਦੇ ਨੁਮਾਇੰਦਿਆਂ ਨੇ ਔਰ ਕਿਸਾਨ ਮੋਰਚਿਆਂ ਨੇ ਬੜੀ ਤੇਜ਼ੀ ਦੇ ਨਾਲ ਇਸ ਤਰੀਕੇ ਦੀ ਮੁਹਿੰਮ ਚਲਾਈ ਸੀਗੀ, ਤੇ ਸਾਨੂੰ ਉਦੋਂ ਐਸੀ ਉਮੀਦ ਲੱਗ ਰਹੀ ਸੀ ਕਿ ਹੁਣ ਪਿੰਡਾਂ ਦੇ ਵਿੱਚੋਂ ਔਰ ਸ਼ਹਿਰਾਂ ਦੇ ਵਿੱਚੋਂ ਜਿਹੜੇ ਹੈ ਨਸ਼ੇ ਵਾਕਿਆ ਹੀ ਖਤਮ ਹੋ ਜਾਣਗੇ, ਕਿਉਂਕਿ ਉਹਨਾਂ ਨੇ ਖੁਦ ਲੋਕਾਂ ਨੂੰ, ਕਿਉਂਕਿ ਲੋਕਾਂ ਨੂੰ ਸਾਰਾ ਪਤਾ ਹੁੰਦਾ ਹੈ, ਪੰਚਾਇਤਾਂ ਨੂੰ ਔਰ ਮਹੱਤਵਪੂਰਨ ਲੋਕਾਂ ਨੂੰ ਸਭ ਪਤਾ ਹੁੰਦਾ ਹੈ ਕਿ ਸਾਡੇ ਇਲਾਕੇ 'ਚ ਕੌਣ ਬੰਦੇ ਦਾ ਕੈਸਾ ਕਰੈਕਟਰ ਹੈ, ਤੇ ਉਹਨਾਂ ਨੇ ਐਸੀ ਮੁਹਿੰਮ ਚਲਾਈ ਸੀ ਕਿ ਖੁਦ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਅੰਦਰ ਕਰਵਾਉਣ ਦੀ ਪ੍ਰਕਿਰਿਆ ਕੀਤੀ ਸੀ, ਔਰ ਜਿਹੜੇ ਨਸ਼ੇੜੀ ਸੀ ਉਹਨਾਂ ਦਾ ਇਲਾਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਤੇ ਇਹ ਇੱਕ ਬਹੁਤ ਵਧੀਆ ਮੁਹਿੰਮ ਸੀ। ਦੂਸਰੀ ਗੱਲ ਆ ਗਈ ਜਿਹੜੀ ਤੁਸੀਂ ਕੀਤੀ ਤੇ ਮੰਜ਼ਲ ਸਾਹਿਬ ਨੇ ਕੀਤੀ, ਕਿ ਪੁਲਿਸ ਦੇ ਵਿੱਚੋਂ ਜਿਹੜੀ ਆ ਖਬਰ ਲੀਕ ਹੋ ਜਾਂਦੀ ਆ ਔਰ ਉਹਨਾਂ ਦੀਆਂ ਜਿਹੜੀਆਂ ਦੁਸ਼ਮਣੀਆਂ ਵੀ ਪੈ ਜਾਂਦੀਆਂ ਔਰ ਉਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ, ਔਰ ਉਹ ਲੋਕ ਵਿਚਾਰੇ ਮਾਰੇ ਜਾਂਦੇ ਆ ਜਿਹੜੇ ਸਮਾਜ ਦਾ ਭਲਾ ਕਰਨਾ ਚਾਹੁੰਦੇ ਆ। ਇਹ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਤੰਤਰ ਦੇ ਵਿੱਚ ਇਹ ਚੀਜ਼ ਕਰਨ ਦੀ ਜ਼ਰੂਰਤ ਹੈ ਕਿ ਜਿਹੜੀ ਕੋਈ ਖਬਰ ਉਹਨਾਂ ਤੱਕ ਆਵੇ ਉਸ ਦੇ ਉੱਤੇ ਸਿਰਫ ਕਾਰਵਾਈ ਕੀਤੀ ਜਾਵੇ, ਨਾ ਕਿ ਉਸ ਦੀ ਖਬਰ ਉਲਟਾ ਉਹਨਾਂ ਲੋਕਾਂ ਨੂੰ ਲੀਕ ਕੀਤੀ ਜਾਵੇ ਜਿਹੜੇ ਲੋਕ ਉਸ ਜਵਾਨੀ ਨੂੰ, ਸਾਡੀ ਪੰਜਾਬ ਨੂੰ ਖਤਮ ਕਰਨ ਦੇ ਲਈ ਕੰਮ ਕਰ ਰਹੇ ਨੇ, ਨਸ਼ੇ ਦੇ ਸੌਦਾਗਰ ਨੇ। ਉਹਨਾਂ ਨੂੰ ਖਬਰ ਨਾ ਦੇਣ ਦੀ ਬਜਾਏ ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਔਰ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਕੋਈ ਨਾ ਕੋਈ ਐਸੀ ਮੁਹਿੰਮ ਚਲਾਈ ਜਾਵੇ ਜਿਹੜੀ ਅਸਲ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕਾਰਗਰ ਸਿੱਧ ਹੋਵੇ, ਔਰ ਪੁਲਿਸ ਔਰ ਪਬਲਿਕ ਨੂੰ ਆਪਸ ਦੇ ਵਿੱਚ ਤਾਲਮੇਲ ਐਸਾ ਬਣਾ ਕੇ ਇਸ ਨਸ਼ੇ ਦੇ ਦਰਿਆ ਨੂੰ ਬੰਦ ਕਰਨਾ ਚਾਹੀਦਾ ਹੈ, ਔਰ ਤਾਂ ਹੀ ਸਾਡਾ ਪੰਜਾਬ ਜਿਹੜਾ ਹੈ ਸੁਖੀ ਹੋ ਸਕੇਗਾ, ਔਰ ਤਾਂ ਹੀ ਨਸ਼ੇ ਦੀ ਜਿਹੜੀ ਹੈ ਲੱਤ ਹੈ ਲੋਕਾਂ ਨੂੰ ਇਸ ਤੋਂ ਬਚਾਅ ਹੋ ਸਕੇਗਾ। ਤੇ ਮੈਂ ਸਮਝਦਾ ਕਿ ਅਗਰ ਸਰਕਾਰਾਂ ਚਾਹਣ ਤਾਂ ਫਿਰ ਕੁਝ ਵੀ ਸੰਭਵ ਹੈ, ਖਾਲੀ ਕਹਿ ਦੇਣ ਨਾਲ ਨਹੀਂ ਹੋਣਾ, ਪਰ ਸਰਕਾਰਾਂ ਅਗਰ ਚਾਹਣ ਤਾਂ ਇਹ ਚੀਜ਼ਾਂ ਸਭ ਸੰਭਵ ਹੈ। ਬਿਲਕੁਲ ਜੀ, ਸੰਭਵ ਨੇ, ਪਰ ਨਾਲ ਦੀ ਨਾਲ ਮੇਰਾ ਖਿਆਲ ਇਹ ਵੀ ਹੈ ਕਿ ਨਾਲ ਦੀ ਨਾਲ ਇਹ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਪੋਲੀਟੀਕਲ ਲੀਡਰਾਂ ਨੂੰ ਵੀ ਸੰਭਾਲਣੀ ਪਏਗੀ ਕਿ ਜਿਹੜੇ ਆਪਣੀਆਂ ਵੋਟਾਂ ਦੇ ਕਾਰਨ ਜਾਂ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਇਹ ਵੀ ਨਹੀਂ ਦੇਖਦੇ ਕਿ ਇਹਨਾਂ ਦਾ ਕਸੂਰ ਕਿੱਡਾ ਵੱਡਾ, ਜਿਹੜੇ ਨਸ਼ਿਆਂ ਦੀ ਗਲਤਾਨ ਰਹਿੰਦੇ ਨੇ ਲੋਕ ਤੇ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਨੇ, ਜਿਹੜੇ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੇ ਲੀਡਰ ਆ। ਮੇਰਾ ਖਿਆਲ ਜੇ ਹੱਥ ਪਾਉਣਾ ਹੀ ਹੋਵੇ ਤੇ ਏਦਾਂ ਦੇ ਲੀਡਰਾਂ ਨੂੰ ਵੀ ਹੱਥ ਜਿਹੜਾ ਉਹ ਪਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਇਦਾਂ ਦਾ ਪ੍ਰਬੰਧ ਕਰਨਾ ਚਾਹੀਦਾ, ਪੁਲਿਸ ਨੂੰ ਇੰਨੀ ਕੁ ਤਾਕਤ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਕਿ ਕੋਈ ਕਿੱਡਾ ਵੀ ਤਾਕਤਵਰ ਬੰਦਾ, ਪਾਵਰਫੁਲ ਬੰਦਾ ਕਿਉਂ ਨਾ ਹੋਵੇ, ਜੇਕਰ ਉਹ ਨਸ਼ੇ ਵਾਲੇ ਨੂੰ ਸੰਚਾਲਿਤ ਕਰਨ ਵਿੱਚ, ਨਸ਼ੇੜੀ ਦੀ ਮਦਦ ਕਰਨ ਵਿੱਚ ਪਿੱਛੇ ਆਉਂਦਾ ਤੇ ਕਿਤੇ ਨਾ ਕਿਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਹੈ ਜਦ ਤੱਕ ਸਟੈਂਡ ਨਹੀਂ ਹੁੰਦੀ, ਤੇ ਜਦੋਂ ਤੱਕ ਇਹ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਨੌਜਵਾਨ, ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਨਹੀਂ ਹੁੰਦਾ, ਇਹਨਾਂ ਵਾਸਤੇ ਵਿਸ਼ੇਸ਼ ਸੈੱਲ ਨਹੀਂ ਬਣਦੇ ਜਿੱਥੇ ਇਹਨਾਂ ਦਾ ਵਿਸ਼ੇਸ਼ ਇਲਾਜ ਚੱਲੇ, ਤੇ ਇਹਨਾਂ ਵਾਸਤੇ ਉਚੇਚੇ ਮੁੜ ਵਸੇਬੇ ਦੇ ਪ੍ਰਬੰਧ ਜਿਹੜੇ ਜਦ ਤੱਕ ਨਹੀਂ ਹੁੰਦੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੈ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਉਹਨਾਂ ਨੂੰ ਕੋਈ ਬੂਰ ਪਵੇਗਾ। ਸੋ ਅੱਜ ਦੀ ਗੱਲਬਾਤ ਜਿਹੜੀ ਹੈ ਇਸੇ ਉਮੀਦ ਨਾਲ ਇੱਥੇ ਖਤਮ ਕਰਦੇ ਹਾਂ ਕਿ ਮੌਜੂਦਾ ਸਰਕਾਰ ਚਾਹੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਨੇ ਉਹ ਇਸ ਮਸਲੇ ਉੱਤੇ ਬੜੀ ਸੰਜੀਦਗੀ ਦਿਖਾਉਣਗੀਆਂ, ਇਹਦੇ ਵਾਸਤੇ ਇਕੱਠੀਆਂ ਹੋ ਕੇ ਕੋਈ ਨਾ ਕੋਈ ਜਿਹੜੀ ਯੋਜਨਾ ਉਹ ਜ਼ਰੂਰ ਉਲੀਕੀ ਜਾਊਗੀ, ਭਾਵੇਂ ਆਪੋ ਆਪਣੇ ਪੱਧਰ ਤੇ ਉਲੀਕਣ ਚਾਹੇ ਇਕੱਠੇ ਹੋ ਕੇ ਉਲੀਕਣ। ਸੋ ਅੱਜ ਦੀ ਗੱਲਬਾਤ ਇੱਥੇ ਖਤਮ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।